ਮੌਜੂਦਾ ਸਰਕਾਰ ਆ ਦੇਸ਼ ਦੀ ਬੀਜੇਪੀ ਦੀ, ਤੇ ਜੇ ਅਗਰ ਹੁਣੇ ਇਸ ਵੇਲੇ ਲਾਗੂ ਕਰਦੇ ਨੇ ਇੱਕ ਦੇਸ਼ ਇੱਕ ਚੋਣ, ਤੇ ਉਹਦਾ ਫਾਇਦਾ ਕਿਤੇ ਨਾ ਕਿਤੇ ਭਾਜਪਾ ਨੂੰ ਸਿੱਧਾ ਨਹੀਂ ਮਿਲ ਸਕਦਾ, ਕਿਉਂਕਿ ਵੋਟਰ ਜਦੋਂ ਵੋਟ ਪਾਉਣ ਜਾਏਗਾ ਉਹ ਇਹ ਜ਼ਰੂਰ ਸੋਚੇਗਾ ਕਿ ਪੰਜਾਬ ਦੇ ਵਿੱਚ ਤੇ ਮੈਂ ਇਸ ਪਾਰਟੀ ਦੀ ਸਰਕਾਰ ਚਾਹੁੰਦਾ, ਪਰ ਉੱਤੇ ਮੈਂ ਇਸ ਪਾਰਟੀ ਦੀ ਸਰਕਾਰ ਚਾਹੁੰਦਾ। ਕਿਸ ਤਰੀਕੇ ਨਾਲ ਵੋਟ ਪਾਏਗਾ, ਜਾਂ ਫਿਰ ਉਹ ਲੱਗਦਾ ਨਹੀਂ ਤੁਹਾਨੂੰ ਕਿ ਉਹ ਇੱਕ ਹਿਸਾਬ ਨਾਲ ਮੈਂਟਲੀ ਤੌਰ ਤੇ ਡਿਸਟਰਬ ਹੋ ਜਾਏਗਾ? ਜਿਹੜੀ ਹੈ ਇਹਨਾਂ ਦੀ ਪੇਸ਼ਕਾਰੀ ਇਸ ਤਰ੍ਹਾਂ ਹੈ ਕਿ ਜਿਹੜਾ ਦੇਸ਼ ਦਾ ਆਮ ਇਨਸਾਨ ਹੈ ਉਹਦੇ ਦਿਮਾਗ 'ਚ ਇਹ ਬਿਠਾ ਦਿੱਤਾ ਜਾਏ ਕਿ ਜੇਕਰ ਦੇਸ਼ ਵਿੱਚ ਇੱਕ ਚੋਣ ਹੋਏਗੀ ਤੇ ਇਹਦੇ ਨਾਲ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਹੋਣ ਦੀ ਬਜਾਏ ਹੋਰ ਖੁਸ਼ਹਾਲ ਹੋਏਗਾ, ਉਹਦਾ ਬਹੁਤ ਵੱਡਾ ਖਰਚਾ ਬਚੇਗਾ। ਖਰਚਾ ਬਚਣ ਦੇ ਨਾਲ ਨਾਲ ਦੇਸ਼ ਤਰੱਕੀ ਕਰੇਗਾ। ਜਿੱਦਾਂ ਮੰਨ ਲਓ ਕੇਂਦਰ ਦੇ ਵਿੱਚ ਬੀਜੇਪੀ ਬੈਠੀ ਹੈ ਤੇ ਪੰਜਾਬ 'ਚ ਬੈਠੀ ਹੈ ਆਮ ਆਦਮੀ ਪਾਰਟੀ, ਵੋਟਰ ਪੰਜਾਬ 'ਚ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੇ, ਪਰ ਉੱਤੇ ਕੇਂਦਰ ਬੈਠੀ ਹੈ। ਜੇ ਉਹ ਇਸ ਗੱਲ ਨੂੰ ਸੋਚੇ ਕਿ ਜੇ ਮੈਂ ਕੇਂਦਰ ਦੇ ਵਿੱਚ ਬੀਜੇਪੀ ਦੀ ਬਣਾਤੀ ਤੇ ਥੱਲੇ ਆਮ ਆਦਮੀ ਪਾਰਟੀ ਦੀ ਬਣ ਗਈ, ਤੇ ਹੋ ਸਕਦਾ ਬੀਜੇਪੀ ਸਾਨੂੰ ਸਾਡੇ ਪੰਜਾਬ ਵਾਸਤੇ ਉਹਨਾਂ ਫੰਡ ਨਾ ਦੇਵੇ, ਇਹ ਕਿਤੇ ਨਾ ਕਿਤੇ ਜਿਹੜੀ ਦੁਚਿੱਤੀ ਹੈ ਉਸ ਵੇਲੇ ਫਿਰ ਵੋਟਰ ਦੇ ਮਨ 'ਚ ਤੇ ਆਏਗੀ ਨਾ, ਉਹਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਹੋਏਗਾ ਵੋਟਰ ਦੇ ਵਿਸ਼ਵਾਸ ਦਾ ਵੀ, ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਵੀ। ਤੇ ਇਹੋ ਹੀ ਵੱਡਾ ਇਲਜ਼ਾਮ ਜਿਹੜਾ ਉਹ ਆਪੋਜੀਸ਼ਨ ਲਾ ਰਹੀ ਹੈ, ਤੇ ਇਹਦੇ ਨਾਲ ਵੱਡਾ ਫਰਕ ਬੜਾ ਪੈਂਦਾ ਜੀ। ਇਹ ਜਿਹੜਾ ਤੁਸੀਂ ਕੁਐਸਚਨ ਕੀਤਾ ਨਾ, ਇਹ ਬੜਾ ਬਹੁਮੁੱਲਾ ਕੁਐਸਚਨ ਹੈ। ਇਹਦੇ 'ਚ ਵੇਖੋ, ਜੇਕਰ ਬੀਜੇਪੀ ਇਹਨੂੰ ਇੰਪਲੀਮੈਂਟ ਕਰਦੀ ਹੈ, ਹੁਣ ਜੇ ਜਿੱਦਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸਾਂ ਕਿ ਮੰਨ ਲਓ ਲੋਕ ਸਭਾ ਦੀ ਚੋਣ ਹੋ ਗਈ 2019 'ਚ, ਤੇ ਵੱਖ-ਵੱਖ ਸੂਬਿਆਂ ਵਿੱਚ ਜਿਹੜੀਆਂ ਵੱਖ-ਵੱਖ ਸਮੇਂ ਤੇ ਚੋਣਾਂ ਹੁੰਦੀਆਂ, ਤੇ ਜੇਕਰ ਜਦੋਂ ਇੱਕ ਚੋਣ ਹੁੰਦੀ ਹੈ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਪੰਜਾਬ 'ਚ ਚੋਣ ਹੋ ਗਈ ਹੈ, ਹੁਣ ਹਿਮਾਚਲ ਵਾਲੇ ਵੇਖ ਲੈਂਦੇ ਆ ਕਿ ਪੰਜਾਬ ਨਾਲ ਜਿਹੜੇ ਵਾਅਦੇ ਕੀਤੇ ਸੀ ਜੇ ਉਹ ਮੰਨੇ ਗਏ ਨੇ ਤੇ ਆਪਾਂ ਵੋਟ ਪਾਉਣੀ, ਜੇ ਨਹੀਂ ਮੰਨੇ ਗਏ ਤੇ ਆਪਾਂ ਵੋਟ ਖਿਲਾਫ ਪਾ ਦੇਣੀ। ਹਕੂਮਤਾਂ ਹੁੰਦੀਆਂ ਨੇ, ਹਕੂਮਤ ਨੇ ਵੇਖਣਾ ਕਿ ਮੇਰਾ ਜਿਹੜਾ ਕੁੱਲੂ ਕਿੱਦਾਂ ਸੁੱਤਾ ਹੁੰਦਾ। ਉਹਨਾਂ ਨੇ ਇਹ ਵੇਖਿਆ ਵੀ ਜਨਤਾ ਨੂੰ ਅੱਗੇ ਰਾਸ਼ਟਰਵਾਦ ਦੇ ਨਾਂ ਤੇ, ਹਿੰਦੂਵਾਦ ਦੇ ਨਾਂ ਤੇ, ਦੂਜੇ ਇਹੋ ਜਿਹੇ ਤਰੀਕਿਆਂ ਨਾਲ ਵਰਤ ਕੇ ਵੇਖ ਲਿਆ। ਰਾਮ ਮੰਦਿਰ ਵੀ ਬਣ ਚੁੱਕਾ, ਹੁਣ ਉਹਨਾਂ ਨੂੰ ਅਗਲੇ 24 'ਚ ਆਪਣਾ ਇੱਕ ਵਾਰੀ ਫੇਰ ਇਲੈਕਸ਼ਨ ਜਿੱਤਣੀ ਹੈ। ਹੁਣ ਉਹਨਾਂ ਨੇ ਇਹਨੂੰ ਗਰਮ ਇਸ ਕਰਕੇ ਇਹ ਜਾਣਕਾਰ ਕਹਿੰਦੇ ਆ ਵੀ ਹੋ ਸਕਦਾ, ਕਿਉਂਕਿ ਸੱਚ ਤੇ ਪਤਾ ਲੱਗੇਗਾ ਜਦੋਂ ਇਹ ਇੰਪਲੀਮੈਂਟ ਹੁੰਦਾ ਹੈ। ਨਹੀਂ ਆਪਣਾ ਫਾਇਦਾ ਚੁੱਕਣਾ ਚਾਹੁੰਦੀ ਹੋਵੇ ਜਾਂ ਫਿਰ ਆਪਣੇ ਲਾਲਚ ਨੂੰ, ਸੱਤਾ ਦੇ ਲਾਲਚ ਨੂੰ ਪੂਰਾ ਕਰਨਾ ਚਾਹੁੰਦੀ ਜੀ, ਬਿਲਕੁਲ ਇਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਦੇਖਿਆ ਜਾਵੇ ਕਿ ਪਿਛਲੇ 10 ਸਾਲ ਤੋਂ ਸੱਤਾ ਦੇ ਵਿੱਚ ਪਾਰਟੀ ਆਈ ਹੋਈ ਹੈ। 10 ਸਾਲ ਬਾਅਦ ਉਸ ਸਮੇਂ ਹੀ ਇਸ ਮੁੱਦੇ ਦੀ ਯਾਦ ਕਿਉਂ ਆਈ ਕਿ ਇਲੈਕਸ਼ਨ ਨੂੰ ਥੋੜਾ ਸਮਾਂ ਰਹਿ ਚੁੱਕਿਆ। ਸੱਤਾਧਾਰੀ ਪਾਰਟੀ ਹੈ ਜੋ ਇਹਨਾਂ ਦਾ ਯਾਨੀ ਪਿਛਲਾ ਸੱਤਾਕਾਲ ਦੇਖ ਚੁੱਕੇ ਆ, ਆਉਣ ਵਾਲੇ ਕੁਝ ਸਮੇਂ ਦੇ ਵਿੱਚ ਵੀ ਕੁਝ ਵੀ ਪੋਸੀਬਲ ਹੈ। ਆਪਾਂ ਇਸ ਚੀਜ਼ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਦੇਸ਼ ਲਈ ਬਹੁਤ ਵਧੀਆ ਹੈ, ਦੇਸ਼ ਲਈ ਆ ਹੋ ਗਿਆ, ਦੇਸ਼ ਲਈ ਤੁਸੀਂ ਉਹਨਾਂ ਨੇ ਜਿਹੜੀ ਗੱਲ ਕੀਤੀ ਖਰਚੇ ਦੀ, ਮੈਂ ਫੇਰ ਗੱਲ ਕਰਦਾ, ਗੱਲ ਹੁੰਦੀ ਅੰਕੜਿਆਂ ਦੀ। ਇਹ ਦੋ ਜਿਹੜੀਆਂ ਚੀਜ਼ਾਂ ਨੇ ਮੇਰੀਆਂ ਬੜੀਆਂ ਅਹਿਮ ਨੇ ਕਿ ਸਭ ਤੋਂ ਪਹਿਲਾਂ ਤੁਸੀਂ ਵੇਖੋ ਕਿ ਇਹਨਾਂ ਨੇ ਪਹਿਲਾਂ ਵਿਧਾਨ ਸਭਾ ਵਿੱਚ 22 ਲੱਖ ਦਾ ਖਰਚਾ ਸੀ ਇੱਕ ਕੈਂਡੀਡੇਟ ਦਾ, ਜਿਹੜਾ ਇਹਨਾਂ ਨੇ 40 ਲੱਖ ਕਰਤਾ, ਤੇ 70 ਲੱਖ ਸੀਗਾ ਲੋਕ ਸਭਾ ਦਾ, ਜਿਹੜਾ ਇਹਨਾਂ ਨੇ 95 ਲੱਖ ਕਰਤਾ। ਠੀਕ ਹੈ ਜੀ। ਜਿਹੜਾ ਇਲੈਕਸ਼ਨ ਕਮਿਸ਼ਨ ਦਾ ਖਰਚਾ ਅੰਦਾਜ਼ਨ ਜਾਂ ਉਹਨਾਂ ਦੀ ਵੈਬਸਾਈਟ ਤੇ ਜਾਂ ਅੰਕੜੇ ਬੋਲਦੇ ਨੇ 4000 ਕਰੋੜ ਦੇ ਲਗਭਗ ਸਮਥਿੰਗ ਜਿਹੜਾ ਉਹ ਪਿਛਲੀਆਂ ਇਲੈਕਸ਼ਨਾਂ 'ਚ ਉਹਨਾਂ ਦਾ ਖਰਚਾ ਆਇਆ ਥਰੂ ਆਊਟ ਇੰਡੀਆ ਇਲੈਕਸ਼ਨ ਲੋਕ ਸਭਾ ਦੀਆਂ 'ਚ, ਤੇ ਜਦ ਕਿ 10,500 ਕਰੋੜ ਇਹ ਕੱਲੀ ਭਾਜਪਾ ਨੇ ਖਰਚੇ ਆ, ਤੇ 8.5 ਸਮਥਿੰਗ ਜਿਹੜਾ 12.5 ਦੇ 10-12 ਦੇ ਵਿੱਚ ਉਹ ਭਾਜਪਾ ਦਾ ਖਰਚਾ ਹੋਇਆ, ਤੇ 8.5 ਕਰੋੜ ਦੇ ਲਾਗੇ ਚਾਗੇ ਕਾਂਗਰਸ ਦਾ ਹੋਇਆ। ਹੁਣ ਤੁਸੀਂ ਉਹ ਦੋਵਾਂ ਖਰਚਿਆਂ ਨੂੰ ਜੋੜ ਲਓ, ਬਾਕੀ ਸਾਰੀਆਂ ਅਦਰ ਪਾਰਟੀਆਂ ਕਿੰਨੀਆਂ ਨੇ ਇੱਥੇ 40-50, ਉਹਨਾਂ ਦੇ ਜੇ 100 ਕਰੋੜ ਵੀ ਲਾਓ ਤੇ ਕਿੱਥੇ ਰਕਮ ਜਾਂਦੀ ਹੈ, ਤੇ ਉੱਥੇ 4000 ਕਰੋੜ ਤੇ ਕੁਝ ਵੀ ਨਹੀਂ। ਮੰਨ ਲਓ ਪੰਜਾਬ 'ਚ ਅੱਜ ਨਾਲ ਹੀ ਚੋਣ ਹੋ ਜਾਂਦੀ ਹੈ ਲੋਕ ਸਭਾ ਦੀ ਵੀ, ਤੇ ਲੋਕ ਸਭਾ ਦੇ ਨਾਲ ਵਿਧਾਨ ਸਭਾ ਦਾ ਵੀ ਹੋ ਜਾਂਦੀ ਹੈ। ਅਗਲੇ 6 ਮਹੀਨੇ ਦੇ ਵਿੱਚ 3 ਮਹੀਨਿਆਂ ਵਿੱਚ ਬੀਜੇਪੀ ਜਾਂ ਹੋਰ ਕੋਈ ਪਾਰਟੀ ਇੱਥੇ ਤੋੜ ਮਰੋੜ ਕਰਕੇ ਤੇ ਉਹ ਸਰਕਾਰ ਤੋੜ ਦਿੰਦੀ ਕਿਸੇ ਵੀ ਸੂਬੇ ਦੀ, ਪੰਜਾਬ ਦੀ, ਹਰਿਆਣੇ ਦੀ, ਹਿਮਾਚਲ ਦੀ, ਉੱਥੇ ਫਿਰ 4.5 ਸਾਲ ਰਾਸ਼ਟਰਪਤੀ ਰਾਜ ਰਹੇਗਾ। ਇਹ ਪੋਸੀਬਲ ਹੀ ਨਹੀਂ। ਇਹ 1957 ਵਿੱਚ ਇੱਕ ਵਾਰੀ ਹੋਇਆ ਸੀ ਕੇਰਲਾ ਦੀ ਸਰਕਾਰ ਇੱਦਾਂ ਤੋਂ, ਜਦੋਂ ਇਹ 1966 ਤੱਕ ਇਹ ਚੱਲਦਾ ਰਿਹਾ, ਇੱਕ ਵਾਰੀ ਇੱਕ ਸਰਕਾਰ ਤੋੜੀ ਗਈ ਸੀ, ਉਹ ਦੁਬਾਰਾ ਇੰਪਲੀਮੈਂਟ ਨਹੀਂ ਉਹ ਚੀਜ਼ਾਂ ਹੋ ਸਕਦੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਪੰਜਾਬ ਨਿਊਜ਼ ਦੇ ਨਾਲ ਤੇ ਮੈਂ ਹਾਂ ਭੋਪਾਲ ਸਿੰਘ। ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ ਕਾਫੀ ਮੁੱਦੇ ਐਸੇ ਹਨ ਜਿਨ੍ਹਾਂ ਦੇ ਉੱਤੇ ਲੋਕਾਂ ਦਾ ਧਿਆਨ ਹੈ, ਪਰ ਇਸ ਵੇਲੇ ਇੱਕ ਅਹਿਮ ਮੁੱਦਾ ਲੋਕਾਂ ਦੇ ਜ਼ਿਹਨ ਦੇ ਨਾਲ ਦੂਸਰੀਆਂ ਰਾਜਨੀਤਿਕ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਦੇ ਜ਼ਿਹਨ 'ਚ ਵੀ ਚੱਲਦਾ ਨਜ਼ਰ ਆ ਰਿਹਾ। ਮੁੱਦਾ ਹੈ ਇੱਕ ਦੇਸ਼ ਇੱਕ ਚੋਣ ਦਾ। ਮੌਜੂਦਾ ਦੇਸ਼ ਦੀ ਸਰਕਾਰ ਕਹਿ ਰਹੀ ਹੈ ਕਿ ਇਸ ਦੇ ਨਾਲ ਦੇਸ਼ ਦਾ ਕਾਫੀ ਫਾਇਦਾ ਹੋਏਗਾ, ਤੇ ਨਾਲ ਦੀ ਨਾਲ ਹੀ ਦੇਸ਼ ਦੀ ਜਨਤਾ ਦਾ ਵੀ ਕਾਫੀ ਫਾਇਦਾ ਹੋਏਗਾ ਅਗਰ
ਇਸ ਨੂੰ ਪਾਸ ਕੀਤਾ ਜਾਂਦਾ ਹੈ ਕਿ ਇੱਕ ਦੇਸ਼ ਤੇ ਇੱਕ ਚੋਣ ਹੋਵੇ। ਸਾਡੇ ਨਾਲ ਗੱਲਬਾਤ ਕਰਨ ਲਈ ਸੀਨੀਅਰ ਜਰਨਲਿਸਟ ਸੈਂਡੀ ਗਿੱਲ ਅਤੇ ਰਮੇਸ਼ ਬਹਿਲ ਜੀ ਨੇ। ਗੱਲਬਾਤ ਕਰ ਲੈਂਦੇ ਇਹਨਾਂ ਨਾਲ ਕਿ ਇਹਨਾਂ ਦੇ ਕੀ ਵਿਚਾਰ ਨੇ ਇਸ ਮੁੱਦੇ ਨੂੰ ਲੈ ਕੇ, ਜਾਂ ਫਿਰ ਇੱਕ ਦੇਸ਼ ਇੱਕ ਚੋਣ ਵਰਗੇ ਐਸੇ ਇੱਕ ਮੁੱਦੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ। ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸੈਂਡੀ ਗਿੱਲ ਸਾਡੇ ਨਾਲ ਮੌਜੂਦ ਨੇ। ਸੈਂਡੀ ਗਿੱਲ ਜੀ, ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼। ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਤੇ ਸੈਂਡੀ ਗਿੱਲ ਜੀ, ਜੇ ਗੱਲ ਕੀਤੀ ਜਾਵੇ ਇੱਕ ਦੇਸ਼ ਇੱਕ ਮੁੱਦੇ ਦਾ, ਜਿਹੜਾ ਇਸ ਵੇਲੇ ਕਾਫੀ ਮੁੱਦਾ ਭਖਿਆ ਹੋਇਆ, ਇੱਕ ਦੇਸ਼ ਇੱਕ ਚੋਣ ਦਾ, ਸਰਕਾਰ ਜਿਹੜੀ ਹੈ ਮੌਜੂਦਾ ਉਹ ਕਹਿ ਰਹੀ ਹੈ ਕਿ ਇਹ ਦੇਸ਼ ਦੇ ਫਾਇਦੇ 'ਚ ਆ, ਦੇਸ਼ ਦੀ ਜਨਤਾ ਦੇ ਫਾਇਦੇ 'ਚ ਆ। ਤੁਸੀਂ ਕੀ ਸੋਚਦੇ ਹੋ, ਕਿਉਂਕਿ ਦੂਸਰੀ ਰਵਾਇਤੀ ਪਾਰਟੀਆਂ ਇਹਦੇ ਹੱਕ 'ਚ ਨਹੀਂ ਹੈ। ਵੇਖੋ ਸਰਦਾਰ ਭੁਪਾਲ ਸਿੰਘ ਜੀ, ਇਹ ਜਿਹੜਾ ਮੁੱਦਾ ਹੈ ਕਿ ਅੱਜ ਦਾ ਨੀਗਾ। ਇਹ ਠੀਕ ਹੈ ਕਿ ਇਸ ਟਾਈਮ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਾਂ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ, ਉਹ ਇਹ ਪ੍ਰਾਪੋਗੰਡਾ ਕਰਕੇ ਤੇ ਇੱਕ ਚੀਜ਼ ਨੂੰ ਬੜਾ ਤੇਜ਼ੀ ਨਾਲ ਉਭਾਰ ਦਿੰਦਾ, ਜਦ ਕਿ ਇਹ 2015 ਤੋਂ ਵੀ ਪਹਿਲਾਂ ਦਾ ਜੇ ਥੋੜ੍ਹਾ ਜਿਹਾ ਪਿੱਛੇ ਜਾਈਏ, ਕਿਉਂਕਿ ਕੋਈ ਵੀ ਮੁੱਦਾ ਜਿਹੜਾ ਬੜਾ ਸੈਂਸਿਟਿਵ, ਬੜਾ ਗੰਭੀਰ ਦੇਸ਼ ਪੱਧਰ 'ਤੇ ਜਿਹੜਾ ਉਠਾਇਆ ਜਾਂਦਾ, ਉਹਨੂੰ ਘੋਖਣਾ ਬੜਾ ਜ਼ਰੂਰੀ ਹੁੰਦਾ ਕਿ ਜਿੰਨਾ ਚਿਰ ਤੁਸੀਂ ਉਹਦੀ ਪੁਰਾਤਨ 'ਤੇ ਨਾ ਜਾਓਗੇ, ਉਹਨਾਂ ਚਿਰ ਤੁਸੀਂ ਉਹਨੂੰ ਦੇਖ ਨਹੀਂ ਸਕਦੇ। ਠੀਕ ਹੈ ਕਿ ਅੱਜ ਜੋ ਇਹਨਾਂ ਦਿਨਾਂ 'ਚ ਚੱਲ ਰਿਹਾ, ਜੇ ਆਪਾਂ ਇਹਦੇ 'ਤੇ ਹੀ ਝਾਤ ਮਾਰ ਕੇ ਜਾਂ ਇਹਦੇ 'ਤੇ ਡਿਸਕਸ਼ਨ ਕਰ ਲਈਏ ਤੇ ਇਹ ਸੁਣਾਉਣ ਲਈ ਬੜਾ ਵਧੀਆ। ਜਿਹੜਾ ਸਰਕਾਰ ਪੱਖੀ ਜਿੱਦਾਂ ਗੌਰਮੈਂਟ ਹੈ ਇੰਡੀਆ 'ਚ ਭਾਜਪਾ ਦੀ, ਜਾਂ ਉਹਨਾਂ ਦੇ ਅਲਾਇੰਸ ਦੀ, ਉਹਨਾਂ ਦੇ ਵਿਚਾਰ ਆਪਣੇ ਨੇ, ਜਿਹੜੀਆਂ ਆਪੋਜੀਸ਼ਨਸ ਆਪਣੇ ਨੇ। ਲੇਕਿਨ ਆਇਆ ਕਿ ਇਹ ਮੁੱਦਾ ਐਡਾ ਵੱਡਾ ਵਾ, ਬਹੁਤ ਗੰਭੀਰ ਆ। ਇਹ ਦੇਸ਼ ਨਹੀਂ, ਪੂਰੇ ਹਿੰਦੁਸਤਾਨ ਨਹੀਂ ਬਲਕਿ ਪੂਰੇ ਵਿਸ਼ਵ ਦੀਆਂ ਨਜ਼ਰਾਂ ਇਹਦੇ 'ਤੇ ਨੇ, ਕਿਉਂਕਿ ਸਾਡਾ ਜਿਹੜਾ ਕੰਟਰੀ ਹੈ ਹਿੰਦੁਸਤਾਨ, ਇਹ ਪੂਰੀ ਦੁਨੀਆ ਵਿੱਚ ਲੋਕਤੰਤਰ 'ਚ ਸਭ ਤੋਂ ਵੱਡਾ ਦੇਸ਼ ਹੈ। ਅਤੇ ਇਸ ਕਰਕੇ ਇਹਦੇ 'ਚ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹਦਾ ਪਿਛੋਕੜ ਵੇਖਣਾ ਬੜਾ ਜ਼ਰੂਰੀ ਹੈ। ਵੇਖੋ, ਜੇ ਆਪਾਂ ਅੰਕੜੇ ਜਿਹੜੇ ਬੋਲਦੇ ਆ, ਜਾਂ ਆਪਾਂ ਪੁਰਾਣੇ ਇਤਿਹਾਸ 'ਤੇ ਜਾਈਏ, ਅਤੇ 1966 ਵਿੱਚ ਤੋਂ ਪਹਿਲਾਂ ਜਿਹੜਾ ਉਹ ਇੱਕ ਸਾਡੇ ਦੇਸ਼ 'ਚ ਇੱਕ ਸਰਕਾਰ ਅਤੇ ਇਹ ਇੱਕ ਚੋਣ ਹੁੰਦੀ ਸੀ, ਜਿਹੜਾ ਹੁਣ ਵਨ ਨੇਸ਼ਨ ਵਨ ਕੰਟਰੀ ਕਰ ਰਹੇ ਨੇ। ਉਹ ਪਹਿਲਾਂ 1966 ਤੋਂ ਸੀਗਾ, ਪਰ ਉਹਦੇ ਕਾਰਨ ਸੀ। ਉਹ ਅੱਜ ਵੀ ਜਿਹੜੀ ਮੌਜੂਦਾ ਭਾਜਪਾ ਵਾਲੇ ਨੇ ਜਾਂ ਉਹਨਾਂ ਦੇ ਹਮਾਇਤੀ ਨੇ, ਉਹ ਕਹਿੰਦੇ ਨੇ ਜੀ ਵੀ ਉਦੋਂ ਚੱਲ ਸਕਦਾ ਸੀ, ਹੁਣ ਕਿਉਂ ਨਹੀਂ ਚੱਲ ਸਕਦਾ। ਉਦੋਂ ਮਹਿਜ 30 ਕਰੋੜ ਦੇ ਆਸ-ਪਾਸ ਸਾਰੇ ਹਿੰਦੁਸਤਾਨ 'ਚ ਲੋਕ ਸਨ। ਇਸ ਟਾਈਮ 1 ਅਰਬ ਤੇ 40 ਕਰੋੜ ਤੋਂ ਵੀ ਜਿਹੜੀ ਉਹ 1.5 ਅਰਬ ਦੇ ਲਾਗੇ ਚਾਗੇ ਜਿਹੜੀ ਉਹ ਜਨਸੰਖਿਆ ਸਾਡੀ ਪਹੁੰਚ ਗਈ ਹੈ। ਜਦੋਂ ਪਬਲਿਕ ਦਾ ਗਿਣਤੀ ਵੱਧਦੀ ਹੈ, ਜਦੋਂ ਸੋਰਸਸ ਵੱਧਦੇ ਨੇ, ਉਦੋਂ ਸਾਰਾ ਕੁਛ ਹੀ ਜਿਹੜਾ ਉਹ ਇਨਫਰਾਸਟਰਕਚਰ ਜਿਹੜਾ ਉਹ ਬਦਲ ਜਾਂਦਾ। ਇਸ ਕਰਕੇ ਹਾਲਾਤ ਬਦਲੇ ਨੇ। ਹਾਲਾਤਾਂ ਬਦਲ ਦੇ ਨਾਲ ਹੁਣ ਉਹ ਸਿਚੁਏਸ਼ਨ ਨੂੰ ਆਪਾਂ ਉਹਦੀ ਉਦਾਹਰਨ ਦੇ ਕੇ ਕਹੀਏ ਕਿ 1966 ਵਾਲਾ ਕੰਮ ਅੱਜ ਦੇ ਦਿਨ ਹੋ ਸਕਦਾ, ਉਹ ਸੰਭਵ ਨਹੀਂ ਗਾ। ਇਸ ਕਰਕੇ ਹੁਣ ਪਹਿਲਾਂ ਤਾਂ ਇਹ ਵੇਖਣਾ ਪਏਗਾ ਕਿ ਇਹ ਮੁੱਦਾ, ਉਸ ਤੋਂ ਬਾਅਦ ਇਹ 2010 ਵਿੱਚ ਇੱਕ ਬਲਾਕ ਲਿਖਿਆ ਸੀਗਾ ਅਡਵਾਨੀ ਸਾਹਿਬ ਨੇ, ਜਿਹੜੇ ਕਿ ਭਾਜਪਾ ਦੇ ਲੀਡਰ ਨੇ। ਉਹਨਾਂ ਵੀ ਇਸ ਮੁੱਦੇ ਦੀ ਪ੍ਰੋਰਤਾ ਕੀਤੀ ਸੀ ਕਿ ਇੱਕ ਦੇਸ਼ ਵਿੱਚ ਇੱਕ ਚੋਣ ਹੋਣੀ ਚਾਹੀਦੀ ਹੈ, ਅਤੇ ਅਲੱਗ-ਅਲੱਗ ਚੋਣਾਂ ਜਿਹੜੀਆਂ ਉਹ ਦੇਸ਼ 'ਤੇ ਆਰਥਿਕ ਬੋਝ ਪਾਉਂਦੀਆਂ, ਜਾਂ ਜੋ ਉਹਨਾਂ ਦੇ ਆਪਣੇ ਨਿੱਜੀ ਖਿਆਲਾਤ ਸੀ, ਉਹ ਨਾ ਉਹਦੇ 'ਚ ਪ੍ਰਗਟਾਏ ਸੀ। ਉਸ ਤੋਂ ਬਾਅਦ ਜਦੋਂ ਮੋਦੀ ਸਾਹਿਬ ਆਏ ਨੇ 2014 ਵਿੱਚ, ਪੂਰਨ ਬਹੁਮਤ ਲੈ ਕੇ ਆਏ ਨੇ, ਉੱਥੋਂ ਉਹ 2015 ਵਿੱਚ ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ। ਉਹਨਾਂ ਚਾਹਿਆ ਵੀ ਇੱਕ ਦੇਸ਼ ਵਿੱਚ ਇੱਕ ਚੋਣ ਜਿਹੜੀ ਹੈ, ਇਹ ਜੇ ਹੋਏਗੀ ਤੇ ਇਹਦੇ ਨਾਲ ਦੇਸ਼ ਆਰਥਿਕ ਪੱਖੋਂ ਕਮਜ਼ੋਰ ਨਹੀਂ ਹੋਏਗਾ, ਤੇ ਲੋਕ ਜਿਹੜੇ ਨੇ ਉਹ ਖਰਚੇ ਦੇ ਬੋਝ ਤੋਂ ਬਚ ਜਾਣਗੇ। ਸੈਂਡੀ ਜੀ, ਜੇ ਗੱਲ ਕੀਤੀ ਜਾਵੇ ਤਾਂ ਇਹ ਤੁਹਾਨੂੰ ਲੱਗਦਾ ਨਹੀਂ ਕਿ ਜਿੱਦਾਂ ਮੰਨ ਲਓ ਮੌਜੂਦਾ ਸਰਕਾਰ ਆ ਦੇਸ਼ ਦੀ ਬੀਜੇਪੀ ਦੀ, ਤੇ ਜੇ ਅਗਰ ਹੁਣ ਇਹ ਇਸ ਵੇਲੇ ਲਾਗੂ ਕਰਦੇ ਨੇ ਇੱਕ ਦੇਸ਼ ਇੱਕ ਚੋਣ, ਤੇ ਉਹਦਾ ਫਾਇਦਾ ਕਿਤੇ ਨਾ ਕਿਤੇ ਭਾਜਪਾ ਨੂੰ ਸਿੱਧਾ ਨਹੀਂ ਮਿਲ ਸਕਦਾ? ਕਿਉਂਕਿ ਵੋਟਰ ਜਦੋਂ ਵੋਟ ਪਾਉਣ ਜਾਏਗਾ, ਉਹ ਇਹ ਜ਼ਰੂਰ ਸੋਚੇਗਾ ਕਿ ਪੰਜਾਬ ਦੇ ਵਿੱਚ ਤੇ ਮੈਂ ਇਸ ਪਾਰਟੀ ਦੀ ਸਰਕਾਰ ਚਾਹੁੰਦਾ, ਪਰ ਉੱਤੇ ਮੈਂ ਇਸ ਪਾਰਟੀ ਦੀ ਸਰਕਾਰ ਚਾਹੁੰਦਾ। ਕਿਸ ਤਰੀਕੇ ਨਾਲ ਵੋਟ ਪਾਏਗਾ? ਜਾਂ ਫਿਰ ਉਹ ਲੱਗਦਾ ਨਹੀਂ ਤੁਹਾਨੂੰ ਕਿ ਉਹ ਇੱਕ ਹਿਸਾਬ ਨਾਲ ਮੈਂਟਲੀ ਤੌਰ ਤੇ ਡਿਸਟਰਬ ਹੋ ਜਾਏਗਾ? ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ, ਹੈ ਬਹੁਤ ਵਧੀਆ, ਪਰ ਤੁਹਾਡਾ ਸਵਾਲ ਬੜਾ ਅਗਾਊਂ ਹੈ। ਅਜੇ ਤੇ ਤੁਹਾਨੂੰ ਅਜੇ ਸਾਨੂੰ ਉਹ ਮੈਂ ਕਹਿ ਰਿਹਾ ਨਾ ਕਿ ਇੱਕ ਪ੍ਰਭਾਵ ਪਾ ਦਿੱਤਾ ਗਿਆ, ਗੱਲ ਫੈਲਾ ਦਿੱਤੀ ਗਈ ਹੈ, ਕਿਉਂਕਿ ਸੋਸ਼ਲ ਮੀਡੀਆ ਇਸ ਟਾਈਮ ਬਹੁਤ ਐਕਟਿਵ ਹੈ। ਇਹ 'ਚ ਕੋਈ ਦੋ ਰਾਵਾਂ ਨਹੀਂ ਗੀਆਂ। ਉੱਥੇ ਚੰਗੇ ਮਾੜੇ ਹਰ ਚੀਜ਼ ਜਿਹੜੀ ਹੈ ਉਹ ਬਹੁਤ ਛੇਤੀ ਫੈਲ ਜਾਂਦੀ ਹੈ। ਬੜੀ ਵੱਡੀ ਗੱਲ ਆ, ਇਹਨੂੰ ਐਡੀ ਛੇਤੀ ਇੰਪਲੀਮੈਂਟ ਕਰਨਾ ਕਿਸੇ ਵੀ ਸਰਕਾਰ ਦੇ ਵੱਸ ਦੀ ਗੱਲ ਨਹੀਂ ਗੀ। ਆਪਾਂ ਕਹਿ ਦੇਣਾ
ਜਾਂ ਕੋਈ ਕਮੇਟੀ ਬਣਾ ਦੇਣੀ ਕਿ ਕਮੇਟੀ ਬਣੇਗੀ ਜਾਂ ਮੋਦੀ ਜੀ ਸ਼ਾਹ ਜੀ ਫਟਾਫਟ ਇਹਨੂੰ ਇੰਪਲੀਮੈਂਟ ਕਰ ਦੇਣਗੇ, ਇਹ ਐਡਾ ਸੌਖਾ ਨਹੀਂਗਾ। ਉਹ ਅਸੀਂ ਇੱਕ ਇੱਕ ਤੱਤ ਕਰਕੇ ਮੈਂ ਤੁਹਾਡੇ ਨਾਲ ਇਸੇ ਕਰਕੇ ਗੱਲ ਕਰ ਰਿਹਾ ਸੀ ਕਿ ਜਿੰਨਾ ਚਿਰ ਅਸੀਂ ਪਿਛੋਕੜ 'ਚ ਵਿਸਥਾਰ ਤੋਂ ਨਾ ਚੱਲਾਂਗੇ, ਤੁਹਾਡੇ ਵਾਲੀ ਗੱਲ ਤੇ ਆਵਾਂਗੇ ਅੱਗੇ ਜਾ ਕੇ ਵੀ ਇਹਦਾ ਵੋਟ ਨਾਲ ਕੋਈ ਫਰਕ ਪੈਣਾ ਨਹੀਂ ਪੈਣਾ ਕੀ ਹੈ। ਲੇਕਿਨ ਪਹਿਲਾਂ ਇਹ ਵੇਖਣਾ ਪਏਗਾ ਸਾਨੂੰ ਸਾਰੇ ਪਹਿਲੂਆਂ ਤੇ ਕਿ ਜਿੱਦਾਂ ਉਹਨਾਂ 2015 'ਚ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਕਿ 2015 'ਚ ਇਹਦੀ ਸ਼ੁਰੂਆਤ ਕੀਤੀ ਗਈ ਤੇ ਉਦੋਂ ਉਸ ਤੋਂ ਬਾਅਦ 3 ਰਿਪੋਰਟਾਂ ਆ ਚੁੱਕੀਆਂ ਨੇ। ਨੀਤੀ ਉਦਯੋਗ ਦੀ ਉਹਨਾਂ ਨੇ ਵੀ ਰਿਪੋਰਟ ਦਿੱਤੀ ਇਸ ਬਾਰੇ, ਜਿਹੜੀ ਸਰਕਾਰ ਇਸੇ ਸਰਕਾਰ ਨੇ ਬਣਵਾਈ। ਉਸ ਤੋਂ ਬਾਅਦ ਇਹਨਾਂ ਨੇ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਪਾਰਲੀਮੈਂਟਰੀ, ਉਹਨਾਂ ਨੇ ਵੀ ਇਹਦੇ ਬਾਰੇ ਰਿਪੋਰਟ ਦਿੱਤੀ ਸੀ। ਉਹ ਵੀ ਗਠਿਤ ਕੀਤੀ ਗਈ, ਉਹ ਵੀ ਇਸੇ ਸਰਕਾਰ ਨੇ ਕੀਤੀ। ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡੀ ਗੱਲ ਹੈ ਲਾ ਕਮਿਸ਼ਨ, ਜਿਹੜਾ ਸਾਡਾ ਲਾ ਕਮਿਸ਼ਨ ਹੈ ਜਿਹਦੇ ਤੇ ਬੜਾ ਦਾਰੋਮਦਾਰ ਹੁੰਦਾ ਦੇਸ਼ ਦਾ, ਉਹਨਾਂ ਨੇ ਵੀ ਜਿਹੜੀ ਰਿਪੋਰਟ ਕੀਤੀ ਹੈ ਉਹਦੇ 'ਚ ਵੀ ਉਹਨਾਂ 2018 'ਚ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇਹ ਲਾਗੂ ਕਰਨਾ ਇੰਨਾ ਸੌਖਾ ਨਹੀਂਗਾ, ਇਹਦੇ ਤੇ ਬਹੁਤ ਜ਼ਿਆਦਾ ਸਟੱਡੀ ਕਰਨ ਦੀ ਲੋੜ ਹੈ ਤੇ ਉਹਨਾਂ ਨੇ ਇੱਕ ਕਿਸਮ ਦਾ ਇਹਨੂੰ ਨਕਾਰਤਾ। ਠੀਕ ਹੈ, ਜਦੋਂ ਤੁਸੀਂ ਵੇਖੋ ਮੌਜੂਦਾ ਸਰਕਾਰ ਜਿਹੜੀ ਇਹਨੂੰ ਇੰਪਲੀਮੈਂਟ ਕਰਨਾ ਚਾਹ ਰਹੀ ਹੈ ਜਾਂ ਉਹ ਕਹਿੰਦੀ ਹੈ ਵੀ ਇਹਨੂੰ ਇੰਪਲੀਮੈਂਟ ਹੋਣਾ ਚਾਹੀਦਾ, ਉਹਦੇ 3 ਕਮਿਸ਼ਨ ਜਾਂ 3 ਕਮੇਟੀਆਂ ਵੱਖ-ਵੱਖ ਉਹ ਡਰਾਫਟ ਇੱਕ ਦੀ ਹੋਰ ਵੀ ਬਣੀ, 3-4 ਬਣੀਆਂ, ਉਹਨਾਂ ਸਾਰਿਆਂ ਨੇ ਕਿਸੇ ਨੇ ਵੀ ਇਹਦੀ ਠੋਕ ਕੇ ਪ੍ਰੋੜਤਾ ਨਹੀਂ ਕੀਤੀ ਵੀ ਇਹ ਲਾਗੂ ਹੋਣਾ ਚਾਹੀਦਾ ਜਾਂ ਇਹਨੂੰ ਤੁਰੰਤ ਲਾਗੂ ਕਰੋ। ਹੁਣ ਜਿਹੜੀ ਅੱਗੇ ਗੱਲ ਇਹ ਆਉਂਦੀ ਹੈ ਵੀ ਜਿਹੜਾ ਅੱਜ ਪ੍ਰੋਪੋਗੰਡਾ ਕੀਤਾ ਜਾ ਰਿਹਾ ਆਪੋਜੀਸ਼ਨ ਵੱਲੋਂ, ਦੂਜਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਇੱਕ ਜਿਹੜੀ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਅਸੀਂ ਜਿਹੜੀ ਗੱਲ ਕਰਦੇ ਆ ਨਾ, ਅਸੀਂ ਕਰਦੇ ਆ ਕਰਨੀ ਚਾਹੀਦੀ ਸਾਨੂੰ, ਖਾਸ ਕਰਕੇ ਜਿਹੜੇ ਮੀਡੀਆ ਨਾਲ ਜੁੜੇ ਲੋਕੀ ਨੇ, ਅੰਕੜਿਆਂ ਨਾਲ ਤੇ ਤਰਕ ਨਾਲ। ਬਿਨਾਂ ਤਰਕ ਤੋਂ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਬਹੁਤ ਸਾਰੇ ਲੋਕ ਕਈ ਵਾਰੀ ਸਾਡੀ ਗੱਲ ਸੁਣ ਕੇ ਅੱਗੇ ਕਰਦੇ ਆ ਜਾਂ ਉਤੋਂ ਅੱਗੇ ਜਾਂਦੇ ਆ ਤੇ ਇਹ ਅਫਵਾਹਾਂ ਦਾ ਇੱਕ ਦੌਰ ਬਣ ਜਾਂਦਾ, ਇੱਕ ਮੇਲ ਬਣ ਜਾਂਦਾ ਵੀ ਠੀਕ ਆ ਉਹਨੇ ਕਈ ਫਲਾਣੇ ਨੇ ਉਹ ਫਲਾਣੇ ਟੈਲੀਵਿਜ਼ਨ ਤੇ ਜੀ ਸੈਂਡੀ ਹੁਰੀ ਆਹ ਦੱਸ ਰਹੇ ਸੀ, ਉਹਨੂੰ ਚੀਜ਼ ਨੂੰ ਵੇਖਦੇ ਆ। ਇਸ ਕਰਕੇ ਸਾਨੂੰ ਅੰਕੜਿਆਂ ਦਾ ਤਰਕ ਨਾਲ ਗੱਲ ਕਰਨੀ ਚਾਹੀਦੀ ਹੈ। ਹੁਣ ਆਪਾਂ ਇਹ ਵੇਖੀਏ ਵੀ ਹੁਣ ਕਿਉਂ ਲੋੜ ਪਈ। ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਅੱਗੇ 2018 ਵਾਲੀ ਲਾ ਕਮਿਸ਼ਨ ਨੇ ਵੀ ਕਹਿ ਦਿੱਤਾ ਵੀ ਨਹੀਂ ਇਹ ਐਡਾ ਸੌਖਾ ਨਹੀਂਗਾ। ਉਸ ਤੋਂ ਬਾਅਦ ਇਹ ਅੱਜ ਤੇ ਮੋਦੀ ਸਾਹਿਬ ਨੇ ਸ਼ੁਰੂ ਨਹੀਂ ਕੀਤਾ, ਇਹ 2015 ਤੋਂ ਇਹ ਸੀਗਾ ਕਿ ਉਹਨਾਂ ਦੇ ਵੀ ਆਪਾਂ ਇਹ ਕਰਨਾ ਵਾ, ਹਨਾ। ਇਹਦੇ 'ਚ ਹੁਣ ਜਿਹੜਾ ਭਾਜਪਾ ਵਾ ਜਾਂ ਮੌਜੂਦਾ ਸਰਕਾਰ ਹੈ ਕੇਂਦਰ ਦੀ, ਉਹਦੇ ਪੱਖੀ ਜਿਹੜੇ ਲੋਕ ਨੇ ਉਹ ਇਹਨੂੰ ਇੱਕ ਉਹਨਾਂ ਵੇਖੋ ਉਹ ਵੀ ਜਵਾਬਦੇਹ ਨੇ। ਉਹਨਾਂ ਨੇ ਕਮੇਟੀ ਬਣਾਈ 8 ਮੈਂਬਰੀ, ਉੱਤੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਹਿਲਾਂ ਇਹ ਆ ਕਿ ਉਹ ਇਸ ਨੂੰ ਕਿਸ ਨਜ਼ਰੀਏ ਤੋਂ ਲੈ ਰਹੇ। ਉਹਨਾਂ ਦੇ ਸਮਰਥਕ ਜਿਨ੍ਹਾਂ ਨੂੰ ਮੋਦੀ ਭਗਤ ਵੀ ਕਹਿੰਦੇ ਆ ਜਾਂ ਉਹਨਾਂ ਦਾ ਗੋਦੀ ਮੀਡੀਆ ਵੀ ਕਿਹਾ ਜਾਂਦਾ, ਉਹ ਇਸ ਨੂੰ ਉਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ, ਉਹਨਾਂ ਦੀ ਪੇਸ਼ਕਾਰੀ ਇਹਨੂੰ ਇਸ ਤਰ੍ਹਾਂ ਹੈ ਕਿ ਜਿਹੜਾ ਦੇਸ਼ ਦਾ ਆਮ ਇਨਸਾਨ ਹੈ ਉਹਦੇ ਦਿਮਾਗ 'ਚ ਇਹ ਬਿਠਾ ਦਿੱਤਾ ਜਾਏ ਕਿ ਜੇਕਰ ਦੇਸ਼ ਵਿੱਚ ਇੱਕ ਚੋਣ ਹੋਏਗੀ ਤੇ ਇਹਦੇ ਨਾਲ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਹੋਣ ਦੀ ਬਜਾਏ ਹੋਰ ਖੁਸ਼ਹਾਲ ਹੋਏਗਾ, ਉਹਦਾ ਬਹੁਤ ਵੱਡਾ ਖਰਚਾ ਬਚੇਗਾ। ਖਰਚਾ ਬਚਣ ਦੇ ਨਾਲ ਦੇਸ਼ ਜਿਹੜਾ ਤਰੱਕੀ ਕਰੇਗਾ। ਪਰ ਜੇ ਦੇਖਿਆ ਜਾਵੇ ਤਾਂ ਇਹਦੇ ਨਾਲ ਦੇਸ਼ ਜਿਹੜਾ ਤੁਸੀਂ ਗੱਲ ਕੀਤੀ ਵੀ ਤਰੱਕੀ ਕਰੇਗਾ, ਦਿਮਾਗ 'ਚ ਬਿਠਾ ਦਿੱਤਾ ਜਾ ਰਿਹਾ ਲੋਕਾਂ ਦੇ, ਇਹਦੇ ਨਾਲ ਦੇਸ਼ ਤਰੱਕੀ ਕਰੇਗਾ ਜਾਂ ਫਿਰ ਖਰਚਾ ਬਚੇਗਾ। ਪਰ ਉੱਥੇ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਜਾਂ ਫਿਰ ਜਿਹੜੇ ਲੋਕ ਇਸ ਚੀਜ਼ ਨੂੰ ਨਹੀਂ ਸਹੀ ਸਮਝਦੇ, ਉਹ ਦੇਖਦੇ ਨੇ ਕਿ ਬੀਜੇਪੀ ਇਸ ਵੇਲੇ 2024 ਨੂੰ ਲੈ ਕੇ ਤੇ ਆਪਣਾ ਇੱਕ ਥੰਮ ਜਿਹੜਾ ਹੈ ਉਹ ਮਜ਼ਬੂਤ ਕਰਨਾ ਚਾਹੁੰਦੀ ਹੈ, ਇਸ ਦੇ ਜ਼ਰੀਏ ਕਿ ਦੁਬਾਰਾ ਉਸ ਦੀ ਸਰਕਾਰ ਜਿਹੜੀ ਦੇਸ਼ 'ਚ ਆ ਸਕੇ। ਮੈਂ ਬੇਨਤੀ ਭੋਪਾਲ ਜੀ ਇਹੋ ਹੀ ਦਰਜਾ ਬਦਰਜਾ ਕਰਨ ਲੱਗਿਆ ਕਿ ਇੱਕ ਜਿਹੜੀ ਮੌਜੂਦਾ ਸਰਕਾਰ ਹੈ, ਹੁਣ ਲੋਕਾਂ ਇੱਕਦਮ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ 2015 ਤੋਂ ਪ੍ਰੋਸੈਸ ਚੱਲ ਰਿਹਾ, ਗੱਲ ਇਹਦੀ 2010 'ਚ ਵੀ ਹੋਈ, ਬਾਅਦ 'ਚ ਵੀ ਹੋਈ ਤੇ ਇਹ ਪ੍ਰੋਸੈਸ ਅੱਜ ਨੀਗਾ। ਇਹਨਾਂ ਇੱਕਦਮ ਤੇਜ਼ ਇਸ ਕਰਕੇ ਕਰਤਾ ਹੈ, ਉਹਦਾ ਬੜਾ ਵੱਡਾ ਕਾਰਨ ਹੈ ਜਿਹੜਾ ਵਿਰੋਧੀ ਮੰਨਦੇ ਆ। ਵਿਰੋਧੀਆਂ ਦੀ ਗੱਲ ਕਿਤੇ ਨਾ ਕਿਤੇ ਠੀਕ ਵੀ ਹੈ। ਹੁਣ ਜਿਹੜੇ ਦੇਸ਼ ਦੇ ਰਾਜਨੀਤੀਕਾਰ ਨੇ ਜਾਂ ਪੜ੍ਹਿਆ ਲਿਖਿਆ ਵਰਗ ਆ ਜਾਂ ਦੂਜੇ ਅਨਪੜ੍ਹ ਵਰਗ ਆ, ਠੀਕ ਹੈ, ਜਿਹੜੇ ਇਲੀਟਰੇਟ ਲੋਕ ਨੇ, ਹਰ ਇੱਕ ਨੇ ਵੱਖਰਾ ਵੱਖਰਾ ਨਜ਼ਰੀਆ ਸੋਚਣ ਦਾ। ਤੁਸੀਂ ਆਪਣੀ ਤਰ੍ਹਾਂ ਸੋਚਣਾ, ਮੈਂ ਆਪਣੀ ਤਰ੍ਹਾਂ ਸੋਚਣਾ, ਮੇਰੀ ਗੱਲ ਨੂੰ ਕਿਸੇ ਨੇ ਕਿਸ ਤਰ੍ਹਾਂ ਲੈਣਾ, ਕਿਸੇ ਨੇ ਕਿਸ ਤਰ੍ਹਾਂ ਲੈਣਾ। ਮੇਰਾ ਦੱਸਣ ਦਾ ਇਹ ਕਾਰਨ ਸੀ ਜਿਹੜੀ ਮੌਜੂਦਾ ਸਰਕਾਰ ਹੈ ਉਹਦਾ ਇਹ ਇੱਕ ਉਹਨੇ ਪ੍ਰਭਾਵ, ਹੁਣ ਉਹਨੇ ਜੇਕਰ ਏਡੀ ਵੱਡੀ ਚੀਜ਼, ਏਡਾ ਵੱਡਾ ਮੁੱਦਾ ਦੇਸ਼ ਵਿਆਪੀ ਜਿਹੜਾ ਕਿ ਪੂਰੀ ਦੁਨੀਆ ਵਿੱਚ ਕਿਤੇ ਨੀਗਾ, ਜੇ ਉਹਨੇ ਇਹ ਕਰਨਾ ਹੈ ਤੇ ਉਹਨੂੰ ਕੁਛ ਨਾ ਕੁਛ ਤੇ ਦੱਸਣਾ ਪਏਗਾ ਨਾ ਲੋਕਾਂ ਨੂੰ। ਭਾਵੇਂ ਉਹ ਉਹਨੂੰ ਵਿਰੋਧੀ ਲਿਫਾਫੇਬਾਜ਼ੀ ਕਹਿਣ, ਭਾਵੇਂ ਪ੍ਰਾਪੋਗੰਡਾ ਕਹਿਣ ਕਰਦੇ ਆ, ਲੇਕਿਨ ਉਹਨਾਂ ਨੂੰ ਕੁਛ ਨਾ ਕੁਛ ਥਾਲੀ 'ਚ ਪਾ ਕੇ ਅੱਗੇ ਦੇਣਾ ਪਏਗਾ, ਰੱਖਣਾ ਪਏਗਾ ਕਿ ਅਸੀਂ ਆਹ ਚਾਹੁੰਦੇ ਹਾਂ। ਹੁਣ ਉਹ ਕੀ ਕਰਨ? ਹੁਣ ਉਹਨਾਂ ਕੋਲ ਬਹੁਤ ਵੱਡੇ ਕਾਰਨ ਤੇ ਹੈ ਨਹੀਂ। ਉਹ ਸਭ ਤੋਂ ਇੱਕ, ਉਹ ਤੁਹਾਨੂੰ ਵੀ ਪਤਾ ਵੈ
ਕਿ ਜਿਹੜੀ ਹਕੂਮਤਾਂ ਹੁੰਦੀਆਂ ਨੇ, ਹਕੂਮਤ ਨੇ ਵੇਖਣਾ ਕਿ ਮੇਰਾ ਜਿਹੜਾ ਕੁੱਲੂ ਕਿੱਦਾਂ ਸੁੱਧਾ ਹੁੰਦਾ। ਉਹਨਾਂ ਨੇ ਇਹ ਵੇਖਿਆ ਵੀ ਜਨਤਾ ਨੂੰ ਅੱਗੇ ਰਾਸ਼ਟਰਵਾਦ ਦੇ ਨਾਂ ਤੇ, ਹਿੰਦੂਵਾਦ ਦੇ ਨਾਂ ਤੇ, ਦੂਜੇ ਇਹੋ ਜਿਹੇ ਤਰੀਕਿਆਂ ਉਹਨਾਂ ਨਾਲ ਵਰਤ ਕੇ ਵੇਖ ਲਿਆ। ਰਾਮ ਮੰਦਿਰ ਵੀ ਬਣ ਚੁੱਕਾ। ਹੁਣ ਉਹਨਾਂ ਨੂੰ ਅਗਲੇ 24 ਚ ਆਪਣਾ ਇੱਕ ਵਾਰੀ ਫੇਰ ਇਲੈਕਸ਼ਨ ਜਿੱਤਣੀ ਹੈ। ਹੁਣ ਉਹਨਾਂ ਨੇ ਇਹਨੂੰ ਗਰਮ ਇਸ ਕਰਕੇ ਇਹ ਜਾਣਕਾਰ ਕਹਿੰਦੇ ਆ ਵੀ ਹੋ ਸਕਦਾ, ਕਿਉਂਕਿ ਸੱਚ ਤੇ ਪਤਾ ਲੱਗੇਗਾ ਜਦੋਂ ਇਹ ਇੰਪਲੀਮੈਂਟ ਹੁੰਦਾ ਨਹੀਂ ਹੁੰਦਾ। ਪਰ ਜਿੰਨੇ ਵੀ ਦੇਸ਼ ਦੇ ਵੱਡੇ ਤੋਂ ਵੱਡੇ ਜਾਣਕਾਰ ਹੈ, ਉਹਨਾਂ ਦੇ ਮੁਤਾਬਕ ਇਹ ਇੱਕਦਮ ਇੰਪਲੀਮੈਂਟ ਹੋਣਾ ਪੋਸੀਬਲ ਹੀ ਨਹੀਂਗਾ, ਬਹੁਤ ਔਖਾ ਹੈ। ਇਹਦੀ ਮੈਂ ਤੁਹਾਨੂੰ ਦੱਸੂਗਾ ਡਿਟੇਲ ਚ ਵੀ ਕਿਉਂ ਨਹੀਂ ਹੋ ਸਕਦਾ। ਲੱਗਦਾ ਤੁਹਾਨੂੰ ਕਿ ਫਿਰ ਇਸ ਤਰੀਕੇ ਦਾ ਮੁੱਦਾ ਹੁਣ 2024 ਦੀਆਂ ਇਲੈਕਸ਼ਨਾਂ ਦੇ ਲਾਗੇ ਆ ਕੇ ਉਠਾ ਦੇਣਾ ਕਿਤੇ ਨਾ ਕਿਤੇ ਖੇਤੀ ਕਾਨੂੰਨਾਂ ਵਾਂਗ ਹੀ ਆ? ਉਦੋਂ ਵੀ ਇੱਕ ਮੁੱਦਾ ਉਠਾਇਆ ਸੀ, ਸਾਰਾ ਦੇਸ਼ ਇਕੱਠਾ ਹੋ ਗਿਆ, ਖਿਲਾਫ ਹੋ ਗਿਆ, ਫਿਰ ਖੇਤੀ ਕਾਨੂੰਨ ਵਾਪਸ ਲੈ ਲਏ। ਹੁਣ ਫੇਰ ਮੁੱਦਾ ਉਠਾ ਦਿੱਤਾ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇਹੀ ਸੋਚਦੇ ਨੇ, ਜਾਂ ਫਿਰ ਰਾਜਨੀਤਿਕ ਲੋਕ ਇਹੀ ਸੋਚਦੇ ਨੇ ਕਿ ਜਦੋਂ ਇਲੈਕਸ਼ਨਾਂ ਹੋਣ ਤੇ ਲੋਕਾਂ ਨੂੰ ਭਟਕਾ ਦਿਓ ਕਿਸੇ ਮੁੱਦੇ 'ਚ, ਉਹ ਸਰਕਾਰਾਂ ਦੇ ਖਾਸ ਤੌਰ ਤੇ ਮੁੱਦੇ ਭੁੱਲ ਜਾਣਗੀਆਂ ਤੇ ਉਸ ਮੁੱਦੇ 'ਚ ਉਲਝ ਕੇ ਰਹਿ ਜਾਣਗੀਆਂ। ਤੁਹਾਡੀ ਗੱਲ 'ਚ ਵਜਨ ਆ। ਇੱਕ ਕਾਰਨ ਇਹ ਵੀ ਆਪਾਂ ਲੈ ਸਕਦੇ ਹਾਂ, ਪਰ ਇਹ ਇੱਕ ਕਾਰਨ ਹੈ। ਇਹਦੇ 3-4 ਕਾਰਨ ਜਿਹੜੇ ਜੋੜੇ ਜਾਂਦੇ ਨੇ, ਜਿਹੜੇ ਜਾਣਕਾਰਾਂ ਵੱਲੋਂ, ਜਿਹੜੇ ਮਾਹਿਰ ਨੇ ਇਹਨਾਂ ਚੀਜ਼ਾਂ ਦੇ। ਤੁਸੀਂ ਉਹਨਾਂ ਦੀ ਡਿਸਕਸ਼ਨ ਸੁਣੋ, ਆਪ 'ਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰੋ, ਫਿਰ ਪਤਾ ਲੱਗਦਾ। ਆਪਾਂ ਸਭ ਤੋਂ ਪਹਿਲਾਂ ਗੱਲ, ਜਿਹੜਾ ਤੁਸੀਂ ਸਵਾਲ ਕੀਤਾ ਸੀ, ਆਪਾਂ ਭਾਜਪਾ ਦੀ ਕਰਦੇ ਹਾਂ। ਭਾਜਪਾ ਤੁਸੀਂ ਵੇਖੋ ਕਿ ਆਪਾਂ ਇਹਨਾਂ ਦਾ ਵੇਖੀਏ 2014 ਤੇ 2019 ਦੀ ਚੋਣ ਜਿਸ ਤਰ੍ਹਾਂ ਇਹਨਾਂ ਲੜੀ, ਕਿ ਜੇਕਰ ਰਾਜਸਥਾਨ, ਮੱਧ ਪ੍ਰਦੇਸ਼, ਜਿੱਥੇ ਕਿ ਇਹਨਾਂ ਦੀਆਂ ਪਹਿਲਾਂ ਸਰਕਾਰਾਂ ਸੀਗੀਆਂ ਤੇ ਉੱਥੇ ਪਿਛਲੀ ਵਾਰ ਵਿਧਾਨ ਸਭਾ ਵਿੱਚ ਆ ਗਈ ਕਾਂਗਰਸ, ਲਗਭਗ ਉਹ ਬਹੁਮਤ ਲੈ ਗਈ, ਤੇ ਮੱਧ ਪ੍ਰਦੇਸ਼ 'ਚ ਵੀ ਕਾਂਗਰਸ ਲੈ ਗਈ, ਤੇ ਯੂਪੀ 'ਚ ਵੀ ਉਹ ਸਾਰੇ ਜਿਹੜਾ ਭਾਜਪਾ ਨੇ ਜਿੱਤਿਆ। ਲੇਕਿਨ ਇੱਥੇ ਜਿਹੜੇ ਇਦਾਂ ਦੇ ਸੀਗਾ ਨਾ ਸਟੇਟਸ, ਇੱਥੇ ਕੀ ਹੋਇਆ ਕਿ ਉਹਨਾਂ ਨੇ ਬਹੁਮਤ ਲੈਣ ਦੇ, ਕਾਂਗਰਸ ਦੇ ਲੈਣ ਦੇ ਬਾਵਜੂਦ, ਭਾਜਪਾ ਜਦੋਂ 2019 ਦੀਆਂ ਇਲੈਕਸ਼ਨਾਂ ਆਈਆਂ ਲੋਕ ਸਭਾ ਦੀਆਂ, ਇੱਕਦਮ ਪਾਸਾ ਪਲਟ ਗਿਆ। ਸਾਰੀਆਂ ਦੀਆਂ ਸਾਰੀਆਂ ਸੀਟਾਂ ਉਹ ਬੀਜੇਪੀ ਜਿੱਤ ਗਈ, ਤੇ ਸੁਪੜਾ ਸਾਫ਼ ਹੋ ਗਿਆ ਵਿਰੋਧੀ ਧਿਰ ਦਾ। ਹੁਣ ਇਹਨਾਂ ਨੇ ਜਦੋਂ ਇਹਨਾਂ ਦੀਆਂ ਮੀਟਿੰਗਾਂ ਚੱਲੀਆਂ ਜਾਂ ਇਹਨਾਂ ਦਾ ਕੁਝ ਹੋਇਆ, ਹੁਣ ਇਹ ਉਹੋ ਹੀ ਪ੍ਰਭਾਵ ਇਹਨਾਂ ਦਾ ਸੀ। ਹੁਣ 5 ਵਿਧਾਨ ਸਭਾ ਹਲਕਿਆਂ ਦੀਆਂ, 4-5 ਦੀਆਂ ਹੁਣ ਚੋਣਾਂ ਹੋਣ ਜਾ ਰਹੀਆਂ ਐਸੇ ਸਾਲ ਦੇ ਅੰਤ ਵਿੱਚ, ਕਿਸੇ ਵੇਲੇ ਵੀ ਉਹਨਾਂ ਦਾ ਐਲਾਨ ਹੋ ਸਕਦਾ। ਉੱਥੇ ਇਹਨਾਂ ਦੀ ਸਥਿਤੀ ਜਿਹੜੀ ਵਿਰੋਧੀ ਧਿਰ ਵੀ ਰਾਗ ਅਲਾਪ ਰਹੀ ਹੈ, ਤੇ ਜਾਣਕਾਰ ਵੀ ਦੱਸਦੇ ਆ, ਜਾਂ ਜਿਹੜੇ ਸਰਵੇ ਆ ਰਹੇ ਨੇ ਉਹਨਾਂ ਦੇ ਮੁਤਾਬਕ ਇਹਨਾਂ ਦੀ ਬੀਜੇਪੀ ਦੀ ਜਾਂ ਉਹਨਾਂ ਦੇ ਅਲਾਇੰਸ ਦੀ ਸਥਿਤੀ ਬਹੁਤੀ ਵਧੀਆ ਨਹੀਂ। ਹੁਣ ਇਹਨਾਂ ਨੂੰ ਉਹਦਾ ਕੋਈ ਨਾ ਕੋਈ ਤੋੜ ਚਾਹੀਦਾ ਸੀ, ਤੋੜ ਚਾਹੀਦਾ ਸੀ। ਇਹਨਾਂ ਵੇਖਿਆ ਵੀ ਜੇਕਰ ਅਸੀਂ ਇਹ ਕੰਮ ਕਰ ਦਿੰਦੇ ਹਾਂ, ਜਾਂ ਇੱਕ ਹੋਰ ਬੜੀ ਵੱਡੀ ਗੱਲ ਹੈ ਜਿਹੜੇ ਆਮ ਤੁਸੀਂ ਸਾਡੇ ਚੈਨਲ ਤੇ ਡਿਸਕਸ਼ਨ ਨਹੀਂ ਕੀਤੀ ਜਾਂਦੀ, ਤੇ ਉਹ ਇਹ ਆ ਕਿ ਮੰਨ ਲਓ ਇਹ 22 ਤੋਂ, ਜਿਹੜਾ 18 ਤੋਂ 22 ਤੱਕ ਇਹਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਲੋਕ ਸਭਾ ਦਾ, ਉਹਦੇ 'ਚ ਇਹਨੂੰ ਬਿੱਲ ਨੂੰ ਨਹੀਂ ਰੱਖਦੇ ਜਾਂ ਨਹੀਂ ਰੱਖ ਸਕਦੇ, ਜਾਂ ਕਮੇਟੀ ਜਿਹੜੀ 8 ਮੈਂਬਰੀ ਕਮੇਟੀ, ਆਪਾਂ ਉੱਤੇ ਬਾਅਦ 'ਚ ਗੱਲ ਕਰਦੇ ਹਾਂ, ਉਹ ਸੁਜੈਸਟ ਕਰ ਦਿੰਦੀ ਹੈ ਕਿ ਠੀਕ ਹੈ ਸਾਡੇ ਵੱਲੋਂ ਇਹ ਓਕੇ ਕਰ ਦਿਓ। ਲੇਕਿਨ ਇਹ ਵੀ ਇੱਕ ਹੋ ਸਕਦਾ ਕਿ ਉਹ ਜੇ ਭਾਜਪਾ ਚਾਹੁੰਦੀ ਹੈ, ਭਾਜਪਾ ਨੇ ਇੱਕ ਵੇਖਣਾ ਕਿ ਇਹਨੂੰ ਅਸੀਂ ਪ੍ਰੈਕਟੀਕਲ ਦੇ ਤੌਰ ਤੇ ਲਈਏ, ਤੇ ਉਹ ਆਪਣੇ ਜਿਹੜੇ ਉਹਦੇ ਆਪਣੇ ਰਾਜ ਨੇ, ਉਹ ਸਾਰਿਆਂ ਦੀਆਂ ਸਰਕਾਰਾਂ ਭੰਗ ਕਰਦੇ। ਜਿੰਨੇ ਉਹਦੇ ਯੂਪੀ ਹੈ ਜਾਂ ਜਿੰਨੇ ਉਹਦੇ ਰਾਜ ਨੇ, ਜਿੱਥੇ ਜਿੱਥੇ ਉਹਦਾ ਰਾਜ ਹੈ, ਉਹ ਸਾਰਿਆਂ ਦੀਆਂ ਸਰਕਾਰਾਂ ਭੰਗ ਕਰਕੇ, ਭਾਵੇਂ ਉਹ ਪਹਿਲਾਂ ਬਣੀਆਂ, ਭਾਵੇਂ 2 ਸਾਲ ਹੋਏ, ਭਾਵੇਂ ਨਵੀਆਂ ਨੇ, ਤੇ ਆਪਣੇ ਨਾਲ, ਕਿਉਂਕਿ ਤੁਹਾਨੂੰ ਮੈਂ ਇੱਕ ਭੋਪਾਲ ਜੀ ਗੱਲ ਦੱਸਾਂ, ਜੇਕਰ ਖੁਦਾ ਨਾ ਖਾਸਤਾ ਇਹ ਇੰਪਲੀਮੈਂਟ ਹੋ ਜਾਂਦਾ, ਪਹਿਲੀ ਗੱਲ ਤੇ ਅਜੇ ਤੇ ਵਰਕਾ ਹੀ ਪਾੜ ਦੋ, ਪਰ ਵੇਖੋ ਜਿੱਦਾਂ ਦੇਸ਼ ਡਿਕਟੇਟਰਸ਼ਿਪ ਵੱਲ ਵੱਧ ਰਿਹਾ, ਹੋ ਸਕਦਾ ਕੁਝ ਵੀ ਹੋ ਸਕਦਾ। ਤੁਸੀਂ ਜਿਹੜੀ ਗੱਲ ਕਹੀ, ਮੈਂ ਹੁਣ ਤੁਹਾਡੀ ਗੱਲ ਤੋਂ ਗੱਲ ਫੜੀ ਹੈ, ਡਿਕਟੇਟਰਸ਼ਿਪ। ਜੇ ਉਹ ਡਿਕਟੇਟਰਸ਼ਿਪ ਤੇ ਆ ਕੇ ਜ਼ਬਰਦਸਤੀ ਲਾਗੂ ਕਰ ਦਿੰਦਾ ਵਾ, ਤੇ ਫਿਰ ਨਹੀਂ ਲਾਗੂ, ਵੇਖੋ ਲਾਗੂ ਕਰਨਾ ਨਾ, ਮੈਂ ਜਿਹੜਾ ਕੁਐਸਚਨ ਤੁਹਾਡਾ ਥੋੜੀ ਦੇਰ ਬਾਅਦ ਆਉਣਾ, ਜੇ ਮੈਂ ਉਹਦਾ ਬਾਅਦ ਚ ਜਵਾਬ ਦੇਣਾ ਚਾਹੁੰਦਾ ਹਾਂ, ਉਹ ਤੁਸੀਂ ਪਹਿਲਾਂ ਕਰਤਾ, ਮੈਂ ਉਹਦਾ ਪਹਿਲਾਂ ਜਵਾਬ ਦੇ ਦਿੰਦਾ ਕਿ ਇਹਨੂੰ ਇੰਪਲੀਮੈਂਟ ਕਰਨਾ ਅੰਕੜਿਆਂ ਦੇ ਮੁਤਾਬਕ। ਵੇਖੋ ਚੋਣ ਕਮਿਸ਼ਨ, ਜਿਹੜਾ ਦੇਸ਼ ਦਾ ਚੋਣ ਕਮਿਸ਼ਨ, ਠੀਕ ਆ, ਉਹਨੂੰ ਮੌਜੂਦਾ ਸਰਕਾਰਾਂ ਦਾ ਤੋਤਾ ਕਹਿੰਦੇ, CBI ਨੂੰ, ਉਹਨਾਂ ਨੂੰ, ਉਹ ਇੱਕ ਸੈਪਰੇਟ ਇਸ਼ੂ ਹੈ। ਲੇਕਿਨ ਚੋਣ ਕਮਿਸ਼ਨ, ਜੇਕਰ ਆਪਾਂ ਨਜ਼ਰੀਆ ਉਹਨਾਂ ਦਾ ਵੇਖੀਏ ਨਾ ਚੋਣ ਕਮਿਸ਼ਨ ਦਾ, ਤੇ ਚੋਣ ਕਮਿਸ਼ਨ ਨੂੰ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣਾ। ਉਹਨਾਂ ਨੇ ਕਹਿਣਾ ਠੀਕ ਹੈ ਜੀ, ਜੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਾਂ ਕਮੇਟੀ ਨਾਲ ਕਹਿਤਾ, ਜਾਂ ਇੱਕ ਮਤਾ ਜਿਹੜਾ ਇਹ ਹੋ ਗਿਆ, ਉਹਨੂੰ ਕਰ ਦਿਓ। ਲੇਕਿਨ ਇਹਦੇ ਸਭ ਤੋਂ ਵੱਡੀ ਗੱਲ ਆ ਕਿ ਇਹਦੇ ਵਾਸਤੇ ਸੰਵਿਧਾਨ ਵਿੱਚ ਸੋਧ ਕਰਨੀ ਪੈਣੀ, ਠੀਕ ਹੈ। ਆਰਟੀਕਲ ਜਿਹੜੇ ਨੇ ਉਹਨਾਂ ਵਿੱਚ ਸੋਧ ਕਰਨੀ ਪੈਣੀ ਹੈ, ਸੰਵਿਧਾਨ 'ਚ ਸੋਧ ਕਰਨੀ ਪੈਣੀ ਹੈ, ਜਿਹੜੀ ਕਿ ਸੌਖੀ ਨਹੀਂ ਗੀ। ਸੰਵਿਧਾਨ ਜਿਹੜਾ ਇੰਨੇ ਸਾਲਾਂ ਦਾ ਬਣਿਆ, ਉਹਨੂੰ ਤੋੜਨਾ, ਮਰੋੜਨਾ, ਉਹ 'ਚ ਸੋਧ ਕਰਨੀ, ਤੇ ਉਹਨੂੰ ਉਸੇ ਵੇਲੇ ਇੰਪਲੀਮੈਂਟ ਕਰਨਾ, ਉਹ ਨਹੀਂ। ਮੰਨ ਲਓ ਇਹਨਾਂ ਕੋਲ ਬਹੁਮਤ ਹੈ, ਸਭ ਕੁਝ ਕਰ ਲੈਂਦੇ ਆ, ਜਿੱਦਾਂ ਆਪਾਂ ਗੱਲ ਵਿਰੋਧੀਆਂ ਦੀ ਕਰਦੇ ਹਾਂ ਕਿ ਉਹ ਡਿਕਟੇਟਰਸ਼ਿਪ ਕਹਿੰਦੇ ਆ, ਡਿਕਟੇਟਰਸ਼ਿਪ ਦਾ ਰਾਜ ਆ, ਤੇ ਕੁਝ ਵੀ ਸੰਭਵ ਹੈ। ਮੰਨ ਲਓ ਸਾਰਾ ਕੁਝ ਕਰ ਲੈਂਦੇ ਆ, ਫਿਰ ਉੱਥੇ ਮੁੱਦਾ ਆਉਣਾ ਹੈ
ਕਿ ਇਲੈਕਸ਼ਨ ਕਮਿਸ਼ਨ ਕੋ ਇਸ ਟਾਈਮ ਪੂਰੇ ਹਿੰਦੁਸਤਾਨ ਵਿੱਚ 20 ਲੱਖ ਈਵੀਐਮ ਮਸ਼ੀਨਾਂ ਨੇ। ਉਹਨਾਂ ਨੂੰ ਜੇਕਰ ਇੱਕ ਸਾਰ 'ਚ ਵਿਧਾਨ ਸਭਾ ਤੇ ਲੋਕ ਸਭਾ ਕਰਾਉਣੀ ਹੈ ਤੇ ਉਹਨਾਂ ਦੇ ਅੰਕੜਿਆਂ ਮੁਤਾਬਕ 60 ਲੱਖ ਮਸ਼ੀਨਾਂ ਦੀ ਲੋੜ ਹੈ ਟੋਟਲ। 40 ਲੱਖ ਮਸ਼ੀਨ ਹੋਰ ਚਾਹੀਦੀ ਹੈ ਤੇ ਹਿੰਦੁਸਤਾਨ 'ਚ ਸਿਰਫ 2 ਕੰਪਨੀਆਂ ਨੇ ਜਿਹੜੀਆਂ ਮਸ਼ੀਨਾਂ ਤਿਆਰ ਕਰਦੀਆਂ। ਤੇ ਜੇ ਤੁਸੀਂ ਉਹਨਾਂ ਨੂੰ ਮੰਨ ਲਓ ਮਹੀਨੇ ਨੂੰ 2 ਮਹੀਨਿਆਂ ਨੂੰ ਕਹਿ ਵੀ ਦਓਗੇ ਨਾ ਵੀ ਇਹ ਸਾਨੂੰ 40 ਲੱਖ ਮਸ਼ੀਨ ਚਾਹੀਦੀ ਹੈ, ਉਹ ਹੱਥ ਖੜੇ ਕਰ ਦੇਣਗੇ, ਕਿਉਂਕਿ ਇਹ ਪੋਸੀਬਲ ਨਹੀਂ ਗਾ 40 ਲੱਖ ਮਸ਼ੀਨ। ਹੁਣ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਕਹੇਗਾ ਮੈਨੂੰ ਮਸ਼ੀਨਾਂ ਪ੍ਰੋਵਾਈਡ ਕਰਵਾ ਦਿਓ, ਤੇ ਮੈਨੂੰ ਕੀ, ਮੇਰੇ ਵੱਲੋਂ ਸਰਪੰਚੀ, ਮੇਰੇ ਨਾਲ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਨਾਲ ਐਮਐਲਏ ਤੇ ਨਾਲ ਐਮਪੀ, ਇੱਕ ਕਮਰੇ 'ਚ ਹੀ ਇੱਕ ਪਿੰਡ ਹੈ, ਉੱਥੇ ਇੱਕ ਬੂਥ ਬਣਿਆ, ਮੈਂ ਵੋਟ ਪਾਉਣ ਜਾਣਾ ਜਾਂ ਤੁਸੀਂ ਜਾਂਦੇ ਹੋ, ਮੈਂ ਸਰਪੰਚ ਨੂੰ ਵੀ ਉਹ ਪਾਉਣੀ ਹੈ, ਬਲਾਕ ਸੰਮਤੀ ਮੈਂਬਰ ਨੂੰ ਵੀ ਉਹ ਪਾਉਣੀ ਹੈ, ਜ਼ਿਲ੍ਹਾ ਪ੍ਰੀਸ਼ਦ ਨੂੰ ਵੀ ਉਹ ਪਾਉਣੀ, ਐਮਐਲਏ ਨੂੰ ਵੀ ਉਹ ਪਾਉਣੀ ਹੈ ਤੇ ਐਮਪੀ ਨੂੰ ਵੀ ਉਹ ਪਾਉਣੀ ਹੈ। ਮੈਂ 5 ਬਟਨ ਨੱਪ ਦਾਂਗਾ, 4 ਨੱਪ ਦਾਂਗਾ, ਉਹਦੇ 'ਚ ਇਲੈਕਸ਼ਨ ਕਮਿਸ਼ਨ ਦੀ ਤਾਂ ਖੇਚਲ ਵੀ ਬਚ ਗਈ। ਭਾਜੀ ਉੱਥੇ ਇੱਕ ਦਿੱਕਤ ਨਹੀਂ ਆਏਗੀ, ਜਦੋਂ ਮੰਨ ਲਓ ਕੇਂਦਰ ਦੇ ਵਿੱਚ ਬੀਜੇਪੀ ਬੈਠੀ ਹੈ ਤੇ ਪੰਜਾਬ 'ਚ ਬੈਠੀ ਹੈ ਆਮ ਆਦਮੀ ਪਾਰਟੀ। ਵੋਟਰ ਪੰਜਾਬ 'ਚ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੇ, ਪਰ ਉੱਤੇ ਕੇਂਦਰ ਬੈਠੀ ਹੈ। ਜੇ ਉਹ ਇਸ ਗੱਲ ਨੂੰ ਸੋਚੇ ਕਿ ਜੇ ਮੈਂ ਕੇਂਦਰ ਦੇ ਵਿੱਚ ਬੀਜੇਪੀ ਦੀ ਬਣਾਤੀ ਤੇ ਥੱਲੇ ਆਮ ਆਦਮੀ ਪਾਰਟੀ ਦੀ ਬਣ ਗਈ, ਤੇ ਹੋ ਸਕਦਾ ਬੀਜੇਪੀ ਸਾਨੂੰ ਸਾਡੇ ਪੰਜਾਬ ਵਾਸਤੇ ਉਹਨਾਂ ਫੰਡ ਨਾ ਦੇਵੇ। ਇਹ ਕਿਤੇ ਨਾ ਕਿਤੇ ਜਿਹੜੀ ਦੁਚਿੱਤੀ ਹੈ ਉਸ ਵੇਲੇ ਫਿਰ ਵੋਟਰ ਦੇ ਮਨ 'ਚ ਤੇ ਆਏਗੀ ਨਾ, ਉਹਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਹੋਏਗਾ ਵੋਟਰ ਦੇ ਵਿਸ਼ਵਾਸ ਦਾ ਵੀ, ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਵੀ। ਨਹੀਂ, ਇਹੋ ਹੀ ਵੱਡਾ ਇਲਜ਼ਾਮ ਜਿਹੜਾ ਹੈ ਉਹ ਆਪੋਜੀਸ਼ਨ ਲਾ ਰਹੀ ਹੈ, ਤੇ ਇਹਦੇ ਨਾਲ ਵੱਡਾ ਫਰਕ ਬੜਾ ਪੈਂਦਾ ਜੀ। ਇਹ ਜਿਹੜਾ ਤੁਸੀਂ ਕੁਐਸਚਨ ਕੀਤਾ ਨਾ, ਇਹ ਬੜਾ ਬਹੁਮੁੱਲਾ ਕੁਐਸਚਨ ਹੈ। ਇਹਦੇ 'ਚ ਵੇਖੋ, ਜੇਕਰ ਬੀਜੇਪੀ ਇਹਨੂੰ ਇੰਪਲੀਮੈਂਟ ਕਰਦੀ ਹੈ, ਹੁਣ ਜੇ ਜਿੱਦਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸਾਂ ਕਿ ਮੰਨ ਲਓ ਲੋਕ ਸਭਾ ਦੀ ਚੋਣ ਹੋ ਗਈ 2019 'ਚ, ਤੇ ਵੱਖ-ਵੱਖ ਸੂਬਿਆਂ ਵਿੱਚ ਜਿਹੜੀਆਂ ਵੱਖ-ਵੱਖ ਸਮੇਂ ਤੇ ਚੋਣਾਂ ਹੁੰਦੀਆਂ, ਤੇ ਜੇਕਰ ਜਦੋਂ ਇੱਕ ਚੋਣ ਹੁੰਦੀ ਹੈ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਪੰਜਾਬ 'ਚ ਚੋਣ ਹੋ ਗਈ ਹੈ, ਹੁਣ ਹਿਮਾਚਲ ਵਾਲੇ ਵੇਖ ਲੈਂਦੇ ਆ ਕਿ ਪੰਜਾਬ ਨਾਲ ਜਿਹੜੇ ਵਾਅਦੇ ਕੀਤੇ ਸੀ ਜੇ ਉਹ ਮੰਨੇ ਗਏ ਨੇ ਤੇ ਆਪਾਂ ਵੋਟ ਪਾਉਣੀ, ਜੇ ਨਹੀਂ ਮੰਨੇ ਗਏ ਤੇ ਆਪਾਂ ਵੋਟ ਖਿਲਾਫ ਪਾ ਦੇਣੀ ਹੈ। ਤੇ ਆਪੋਜੀਸ਼ਨ ਦਾ ਇਹੋ ਹੀ ਵੱਡਾ ਸਭ ਤੋਂ ਇਹ ਆ ਕਿ ਇਹ ਮੋਦੀ ਸਰਕਾਰ ਜਾਂ ਮੋਦੀ ਸ਼ਾਹ ਜੀ ਇੱਕ ਦਾਅ ਖੇਡ ਰਹੇ ਨੇ ਕਿ ਸਾਡੀ ਸੂਬਿਆਂ 'ਚ ਹਾਲਤ ਜਿਹੜੀ ਬਹੁਤੀ ਵਧੀਆ ਨਹੀਂ, ਤੇ ਅਸੀਂ ਲੋਕ ਸਭਾ ਵਿੱਚ ਸਾਨੂੰ ਲੋਕ ਪਸੰਦ ਕਰਦੇ ਆ, ਲੋਕ ਸਭਾ ਵਿੱਚ ਸਾਡੇ ਪੱਖ ਵਿੱਚ ਭੁਗਤਦੇ ਆ, ਇਸ ਕਰਕੇ ਅਸੀਂ ਲੋਕ ਸਭਾ ਦੀ ਕਰਵਾ ਲਾਂਗੇ ਤੇ ਲੋਕੀ ਮਤਾਲਕੇ 'ਚ ਕਹਿਣਗੇ ਕਿ ਠੀਕ ਆ ਯਾਰ, ਜੇ ਸੈਂਟਰ 'ਚ ਜਿਹੜੀ ਸਰਕਾਰ ਆਏਗੀ ਉਹਦਾ ਰਾਜਾਂ 'ਚ ਟੌਰ ਹੋਣਾ, ਤੇ ਇਸ ਕਰਕੇ ਉਹਨਾਂ ਨੂੰ ਪਾ ਦਿਓ, ਉਹਨਾਂ ਨੂੰ ਪਾ ਦਿਓ। ਫਾਇਦਾ ਤੇ ਬੀਜੇਪੀ ਆਪਣਾ ਸੋਚਦੀ ਪਈ ਨਾ, ਕੱਲੀ ਬੀਜੇਪੀ ਨਹੀਂ, ਜਿਹੜੀਆਂ ਨੈਸ਼ਨਲ ਪਾਰਟੀਆਂ ਨੇ, ਇਹ ਸਿੱਧਾ ਉਹਨਾਂ ਦਾ ਫਾਇਦਾ। ਖੇਤਰੀ ਪਾਰਟੀਆਂ, ਜਿੱਦਾਂ ਛੋਟੀਆਂ ਪਾਰਟੀਆਂ ਜਿਹੜੀਆਂ ਇੱਕ ਸੂਬੇ ਤੱਕ ਸੀਮਿਤ ਨੇ ਜਾਂ ਦੋ ਤਿੰਨ ਸੂਬਿਆਂ ਤੱਕ ਸੀਮਿਤ ਨੇ, ਉਹਨਾਂ ਦਾ ਬੜਾ ਵੱਡਾ ਨੁਕਸਾਨ ਹੈ। ਇਸੇ ਕਰਕੇ ਜਿਹੜਾ ਇਹ ਕਾਮਰੌਲੀ ਪਈ ਹੈ, ਇਹਨੂੰ ਇੰਪਲੀਮੈਂਟ ਕਰਨਾ ਇੰਨਾ ਸੌਖਾ ਨਹੀਂ। ਹਾਂ, ਬੀਜੇਪੀ ਦਾ ਕੁਝ ਵੀ ਤਰਕ ਹੋ ਸਕਦਾ, ਜਿਹੜੇ ਬੰਦੇ ਨੇ 10 ਸਾਲ ਦੀ ਸੱਤਾ ਹੰਢਾਈ ਏ, ਉਹ ਅਗਲੇ 10 ਸਾਲ ਵੀ ਆਉਣਾ ਚਾਹੁੰਦਾ, ਉਹਨੇ ਆਪਣੇ ਹੱਥ ਕੰਡੇ ਹਰਕ ਵਰਤਨੇ ਆ। ਜਦੋਂ ਉਹਨਾਂ ਨੂੰ ਆਪਾਂ ਕਹਿ ਵੀ ਡਿਕਟੇਟਰ ਰਹੇ ਆ, ਸਾਰੇ ਲੋਕ ਵੀ ਕਹਿ ਰਹੇ, ਉਹਦੇ ਬਾਵਜੂਦ ਨਾ ਉਹ ਸੁਪਰੀਮ ਕੋਰਟ ਦੀ ਪਰਵਾਹ ਕਰਦੇ ਨੇ, ਨਾ ਉਹ ਕਿਸੇ ਸੰਸਥਾ ਦੀ ਪਰਵਾਹ ਕਰਦੇ ਆ, ਉਹ ਆਪਣਾ ਸਿੱਕਾ ਚਲਾਈ ਜਾਣ ਡੇ ਆ। ਤੇ ਇਹ ਕੋਈ ਬੜੀ ਵੱਡੀ ਗੱਲ ਨਹੀਂ ਉਹਦੇ ਵਾਸਤੇ। ਲੇਕਿਨ ਤੁਸੀਂ ਇਹ ਵੇਖੋ ਕਿ ਜਿਹੜੀ ਹੁਣ 8 ਮੈਂਬਰੀ ਕਮੇਟੀ ਬਣਾਤੀ ਗਈ ਹੈ, 8 ਮੈਂਬਰੀ ਕਮੇਟੀ ਲਈ ਇਹ ਇਸ ਕਰਕੇ ਬੜੀ ਛੇਤੀ ਨਾਲ ਫੈਸਲਾ ਦੇਣਾ ਸੌਖਾ ਨਹੀਂਗਾ ਕਿ ਕਿਉਂਕਿ ਲਾ ਕਮਿਸ਼ਨ ਸਭ ਤੋਂ ਦੇਸ਼ ਦਾ ਵੱਡਾ, ਉਹ ਤੇ ਅੱਜ ਤੱਕ ਹੱਥ ਖੜੇ ਕਰ ਗਿਆ, ਉਹ ਕਹਿੰਦਾ ਨਹੀਂ ਹੋ ਸਕਦਾ। ਇਹ 8 ਮੈਂਬਰੀ ਕਮੇਟੀ 'ਚ ਜੇ ਭਾਵੇਂ ਵਕੀਲ ਨੇ ਸਾਡੇ ਕੋਵਿੰਦ ਜੀ ਜਿਹੜੇ ਰਾਸ਼ਟਰਪਤੀ ਨੇ ਸਾਬਕਾ, ਬੜੇ ਵਧੀਆ ਬੇਦਾਗ ਬੰਦੇ ਨੇ, ਲੇਕਿਨ ਉਹ ਭਾਜਪਾ ਦੇ ਪ੍ਰਭਾਵ 'ਚ ਨੇ। ਜੇ ਸੁਲੇ ਸਾਹਿਬ ਵਕੀਲ ਨੇ, ਉਹ ਦੇਸ਼ ਦੇ ਸਿਰ ਕੱਢ ਵਕੀਲ ਨੇ, ਪਹਿਲੇ ਟਾਪ ਦੇ 5 ਵਕੀਲਾਂ 'ਚ ਆਉਂਦੇ ਆ, ਉਹ ਮੋਦੀ ਸ਼ਾਹ ਦੇ ਰਾਈਟ ਹੈਂਡ ਵੀ ਨੇ, ਠੀਕ ਹੈ, ਲੇਕਿਨ ਉਹ ਵੀ ਵਿੱਚ ਬਹਿਣਗੇ। ਲੇਕਿਨ ਵੇਖਣ ਵਾਲੀ ਇਹ ਗੱਲ ਹੈ ਕਿ 8 ਮੈਂਬਰੀ ਕਮੇਟੀ 'ਚੋਂ ਇੱਕ ਜਿਹੜੇ ਸੰਧੀਰ ਅੰਜਨ ਸੀ, ਜਿਹੜੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਸੀ, ਉਹ ਬਾਹਰ ਹੋ ਗਏ ਨੇ। ਉਹ ਕਹਿੰਦੇ ਮੇਰਾ ਕੋਈ ਬਣਦਾ ਹੀ ਨਹੀਂ, ਜਦੋਂ 7 ਬੰਦੇ ਇੱਕ ਬੰਦਿਆਂ ਦੇ ਤੁਸੀਂ ਲੱਲੇ ਆ, 7 ਅਸੀਂ ਨਹੀਂ ਕਹਿ ਸਕਦੇ ਸਿੱਧੇ ਤੌਰ ਤੇ ਕਿ ਉਹ ਭਾਜਪਾ ਦੇ ਨੇ, ਲੇਕਿਨ ਜਿਹੜੇ ਵੀ ਸਮੇਂ ਤੇ ਇਹ ਬੰਦੇ ਲਏ ਨੇ, ਸਾਰੇ ਭਾਜਪਾ ਨਾਲ ਸੰਬੰਧਿਤ ਨੇ, ਜਾਂ ਭਾਜਪਾ ਦੀ ਗੱਲ ਕਰਦੇ ਰਹੇ ਨੇ, ਜਾਂ ਇਹ ਇੱਕ ਦੇਸ਼ ਇੱਕ ਇਲੈਕਸ਼ਨ ਦੀ ਪ੍ਰੋੜਤਾ ਕਰਦੇ ਨੇ। ਇਸ ਕਰਕੇ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਇੱਕ ਤਰਫਾ ਕਮੇਟੀ ਹੈ। ਹੁਣ ਜਿਸ ਦੇਸ਼ ਦੀਆਂ ਐਡੀਆਂ ਵੱਡੀਆਂ ਨੀਤੀ ਉਦਯੋਗ ਨੇ, ਪਾਰਲੀਮੈਂਟ ਕਮੇਟੀ ਨੇ, ਲਾ ਕਮਿਸ਼ਨ ਨੇ ਰਿਪੋਰਟਾਂ ਦੇ ਦਿੱਤੀਆਂ, ਹੁਣ ਉੱਥੇ ਇਹ ਕੀ ਦੇਣਗੇ? ਇਹ ਸਮਝ ਸਾਰੇ ਵੱਡੇ ਵਿਸ਼ਲੇਸ਼ਣਕਾਰ ਜਿਹੜੇ ਨੇ ਉਹ ਵਿਸ਼ਲੇਸ਼ਣ ਕਰ ਨਹੀਂ ਪਾ ਰਹੇ ਵੀ ਇਹ ਆਇਆ ਕਿ ਸਿਰਫ ਤੇ ਸਿਰਫ ਡਿਕਟੇਟਰਸ਼ਿਪ ਕਰ ਸਕਦੇ ਆ, ਅਦਰਵਾਈਜ਼ ਜੇ ਐਜ਼ ਪਰ ਲਾ ਜਾਂ ਤਰਕਾਂ ਦੇ ਸਹਿਤ ਉਹ ਨਹੀਂ ਕਰ ਸਕਦੇ, ਕਿਉਂਕਿ ਇੰਨੀ ਜਲਦੀ ਇਨਫਰਾਸਟ੍ਰਕਚਰ ਤਿਆਰ ਹੀ ਨਹੀਂ ਹੋ ਸਕਦਾ। 40 ਲੱਖ ਮਸ਼ੀਨ ਕਿੱਥੋਂ ਲੈ ਆਉਣੀ ਹੈ? ਹਾਂ, ਇੱਕ ਗੱਲ ਹੋਰ ਹੈ, ਜੇ ਕੱਲ ਮੰਨ ਲਓ ਮੋਦੀ ਸ਼ਾਹ ਅੜ ਜਾਂਦੇ ਨੇ ਤੇ 40, ਉਹ ਕਹਿੰਦੇ ਨੇ ਕਿ 40
ਜਿਹੜੀਆਂ ਦੋ ਬਣਾਉਂਦੀਆਂ ਨੇ ਕੰਪਨੀਆਂ ਮਸ਼ੀਨਾਂ, ਉਹ ਤੁਸੀਂ ਪ੍ਰਾਈਵੇਟ ਹੋਰ ਲੋਕਾਂ ਨੂੰ ਦੇ ਦਿਓ, ਜ਼ਿਆਦਾ ਜਾਣਾ ਮਸ਼ੀਨਾਂ ਬਣਾ ਦੇਣਗੇ। ਫਿਰ ਵੀ ਪੋਸੀਬਲ ਨਹੀਂ 3-4 ਮਹੀਨੇ 'ਚ ਜਾਂ 5-6 ਮਹੀਨੇ 'ਚ ਹੋਣਾ ਪੋਸੀਬਲ ਨਹੀਂਗਾ। ਉਹਦਾ ਇੱਕ ਕਰ ਸਕਦੇ ਆ ਉਹ ਕਿ ਇਹਨੂੰ ਇੰਪਲੀਮੈਂਟ ਕਰਕੇ, ਜਿਹੜਾ ਮੈਂ ਅੱਗੇ ਗੱਲ ਦੱਸੀ ਏ ਵੀ ਭਾਜਪਾ ਕਹੇ ਵੀ ਅਸੀਂ ਜਿੰਨੇ ਸਾਡੇ ਰਾਜ ਨੇ ਜਾਂ ਆਹ 5 ਰਾਜ, ਜਿਨ੍ਹਾਂ 5 ਰਾਜਾਂ 'ਚ 4-5 ਰਾਜਾਂ 'ਚ ਹੁਣ ਚੋਣ ਹੋਣ ਜਾ ਰਹੀ ਹੈ, ਉਹਨਾਂ 'ਚ ਭਾਜਪਾ ਨੂੰ ਖਤਰਾ ਦਿਸ ਰਿਹਾ, ਰਾਜਸਥਾਨ, ਮੱਧ ਪ੍ਰਦੇਸ਼ ਵਗੈਰਾ ਵਗੈਰਾ। ਉੱਥੇ ਭਾਜਪਾ ਕਹੇ ਵੀ ਇਹਨਾਂ ਦੀ ਨਾਲ ਕਰਾ ਦਿਓ ਤੇ ਇਹਦੇ ਕਿਉਂਕਿ ਉਹਨਾਂ ਕੋਲ ਚਿਹਰਾ ਮੋਦੀ ਸਾਹਿਬ ਨੇ, ਉਹ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਲੈ ਜਾਣਗੇ, ਨਾਲੇ ਤੇ ਉਹ ਲੋਕ ਸਭਾ ਦੀਆਂ ਜਿੱਤ ਜਾਣਗੇ, ਨਾਲ ਹੀ ਨਾਲ ਉਹਨਾਂ ਨੂੰ ਹੁੰਜਾ ਭਾਵੇਂ ਵਿਧਾਨ ਸਭਾ 'ਚ ਵੀ ਫਿਰ ਜੇ, ਤੇ ਉਹ ਨੁਕਸਾਨ ਜਿਹੜਾ ਉਹ ਦੂਜੀਆਂ ਪਾਰਟੀਆਂ ਦਾ ਹੋ ਜਾਣਾ, ਖੇਤਰੀ ਦਾ ਜਾਂ ਕਾਂਗਰਸ ਦਾ ਹੋ ਜਾਣਾ। ਇਹ ਬੜੀ ਵੱਡੀ ਚਰਚਾ ਚੱਲ ਰਹੀ। ਬਿਲਕੁਲ, ਇਹ ਸਨ ਸਾਡੇ ਨਾਲ ਸੈਂਡੀ ਗਿੱਲ ਜੀ। ਸੈਂਡੀ ਗਿੱਲ ਜੀ, ਤੁਹਾਡੇ ਕੋਲ ਦੁਬਾਰਾ ਮੈਂ ਵਾਪਸ ਆਵਾਂਗਾ। ਸਾਡੇ ਨਾਲ ਸੀਨੀਅਰ ਜਰਨਲਿਸਟ ਰਮੇਸ਼ ਬਹਿਲ ਜੀ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਰਮੇਸ਼ ਜੀ, ਤੁਸੀਂ ਕੀ ਸੋਚਦੇ ਹੋ ਜਿਹੜਾ ਇਹ ਇੱਕ ਦੇਸ਼ ਇੱਕ ਚੋਣ ਦਾ ਮੁੱਦਾ ਇਸ ਵੇਲੇ ਭਖਿਆ ਹੋਇਆ, ਬੀਜੇਪੀ ਚਾਹੁੰਦੀ ਹੈ ਕਿ ਇਸ ਨੂੰ ਲਾਗੂ ਕੀਤਾ ਜਾਵੇ, ਪਰ ਕੁਝ ਲੋਕ ਜਾਂ ਫਿਰ ਕਹਿ ਲਈਏ ਵਿਰੋਧੀ ਧਿਰ ਦੇ ਲੋਕ ਉਹ ਚਾਹੁੰਦੇ ਨੇ ਕਿ ਇਹ ਲਾਗੂ ਨਾ ਹੋਵੇ। ਕੀ ਲੱਗਦਾ ਵਾ, ਬੀਜੇਪੀ ਇਸ ਮੁੱਦੇ ਨੂੰ ਲੈ ਕੇ ਆਪਣਾ ਫਾਇਦਾ ਸੋਚ ਰਹੀ ਆ ਕਿ ਜਾਂ ਫਿਰ ਦੇਸ਼ ਦਾ? ਕਹਿ ਤੇ ਹੋ ਰਹੀ ਹੈ ਦੇਸ਼ ਦਾ ਫਾਇਦਾ ਹੋਏਗਾ। ਸਭ ਤੋਂ ਪਹਿਲੇ ਤੇ ਪੰਜਾਬ ਨਿਊਜ਼ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਕਿ ਕਾਫੀ ਦੇਰ ਤੋਂ ਦਰਸ਼ਕ ਸੁਣ ਰਹੇ ਨੇ, ਭੋਪਾਲ ਜੀ ਹੋਰਾਂ ਨੂੰ, ਸਾਡੇ ਵੱਡੇ ਵੀਰ ਸੀਨੀਅਰ ਪੱਤਰਕਾਰ ਸੈਂਡੀ ਗਿੱਲ ਜੀ, ਉਹਨਾਂ ਨੇ ਆਪਣੇ ਵਿਚਾਰ ਰੱਖੇ ਔਰ ਬਹੁਤ ਵਧੀਆ ਵੀ ਰੱਖੇ। ਲੇਕਿਨ ਜੇ ਮੈਂ ਆਪਣੀ ਗੱਲ ਕਰਾਂ ਤੇ ਆਪਣੇ ਵੱਡੇ ਵੀਰ ਸੈਂਡੀ ਗਿੱਲ ਜੀ ਦੇ ਕੁਝ ਵਿਚਾਰਾਂ ਦੇ ਨਾਲ ਤੇ ਮੈਂ ਸਹਿਮਤ ਹਾਂ, ਲੇਕਿਨ ਕੁਝ ਵਿਚਾਰਾਂ ਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ। ਕਾਰਨ ਕੀ ਹੈ? ਇੱਕ ਦੇਸ਼ ਇੱਕ ਚੋਣ, ਜੇ ਅਗਰ ਦੇਖਿਆ ਜਾਵੇ ਮੁੱਦਾ ਬਹੁਤ ਵਧੀਆ, ਅਗਰ ਜੇ ਲਾਗੂ ਹੋ ਜਾਂਦਾ ਹੈ ਅਰਥ ਵਿਵਸਥਾ ਤੇ ਵਿੱਚ ਹੋਰ ਜ਼ਿਆਦਾ ਬਹੁਤ ਵਧੀਆ ਸੁਧਾਰ ਆਏਗਾ, ਕਿਉਂਕਿ ਬਾਰ-ਬਾਰ ਇਲੈਕਸ਼ਨ ਹੋਣ ਦੇ ਨਾਲ ਕਾਫੀ ਜ਼ਿਆਦਾ ਪੈਸਾ ਜਿਹੜਾ ਵੇਸਟ ਹੁੰਦਾ ਹੈ ਔਰ ਕਾਫੀ ਜ਼ਿਆਦਾ, ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ, ਹਰ ਇੱਕ ਡਿਪਾਰਟਮੈਂਟ ਨੂੰ ਚੋਣ ਦੇ ਵਿੱਚ ਕਾਫੀ ਦਿਨ ਤੱਕ ਸਮਾਂ ਕੱਢਣਾ ਪੈਂਦਾ ਆ, ਉਹ ਵੀ ਸਮੇਂ ਦੀ ਬਚਤ ਹੋਏਗੀ। ਲੇਕਿਨ ਜੇ ਅਗਰ ਆਪਾਂ ਦੂਸਰੇ ਤਰੀਕੇ ਨਾਲ ਗੱਲ ਕਰੀਏ, ਜੇ ਲਾਗੂ ਹੋਵੇ ਫਿਰ ਤੇ ਬਹੁਤ ਵਧੀਆ। ਔਰ ਦੂਸਰੇ ਤਰੀਕੇ ਅਕਸਰ ਹੁੰਦਾ ਕੀ ਹੈ, ਜਦੋਂ ਦੀ 10 ਸਾਲ ਦੀ ਮੋਦੀ ਸਰਕਾਰ ਆਈ ਹੋਈ ਹੈ, ਕੋਈ ਵੀ ਮੁੱਦੇ ਨੂੰ ਸਟਾਰਟ ਕਰਦੀ ਹੈ, ਮੁੱਦਾ ਤੇ ਬਹੁਤ ਵਧੀਆ ਹੁੰਦਾ ਆ, ਲੇਕਿਨ ਉਹਦੀ ਗਰਾਊਂਡ ਨਾ ਹੋਣ ਕਾਰਨ ਅਕਸਰ ਦੇਸ਼ ਨੂੰ ਨੁਕਸਾਨ ਹੋਇਆ। ਜਿਸ ਤਰ੍ਹਾਂ ਕਿ ਆਪਾਂ ਪਹਿਲੇ ਗੱਲ ਕਰੀਏ, ਨੋਟਬੰਦੀ ਦੀ ਗੱਲ ਕਰੀਏ, ਜਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਆਪਣੇ ਕਾਨੂੰਨ ਦੇ ਵਿੱਚ ਸੋਧ ਹੋਇਆ, ਸਾਡੇ ਸੈਂਡੀ ਵੀਰ ਜੀ ਕਹਿ ਰਹੇ ਸੀਗੇ ਕਿ ਜਿਸ ਤਰ੍ਹਾਂ ਇਹ ਚੀਜ਼ ਪੋਸੀਬਲ ਨਹੀਂ ਹੈਗੀ ਕਿ ਇੰਨੇ ਸ਼ੋਰਟ ਸਮੇਂ ਦੇ ਵਿੱਚ ਉਹ ਇੰਪਲੀਮੈਂਟ ਕਰ ਸਕਣਗੇ। ਦੇਖੋ, ਜਿਸ ਤਰ੍ਹਾਂ ਨੋਟਬੰਦੀ ਰਾਤੋਂ ਰਾਤੀ 8 ਵਜੇ ਮੋਦੀ ਸਾਹਿਬ ਮੀਡੀਆ ਦੇ ਸਾਹਮਣੇ ਆ ਕੇ, ਕੈਮਰੇ ਦੇ ਸਾਹਮਣੇ ਆ ਕੇ ਦੱਸ ਦਿੰਦੇ ਨੇ ਕਿ ਨੋਟਬੰਦੀ ਹੋ ਗਈ ਹੈ, ਜਦ ਕਿ ਉਹਦੇ ਵਾਸਤੇ ਗਰਾਊਂਡ ਦੀ ਜੇ ਕੋਈ ਆਪਾਂ ਗੱਲ ਕਰੀਏ ਕੋਈ ਤਿਆਰੀ ਨਹੀਂ ਹੁੰਦੀ, ਜਿਸ ਕਰਕੇ ਫਾਇਦੇ ਦੀ ਵਜ੍ਹਾ ਨੁਕਸਾਨ ਹੁੰਦਾ ਦੇਸ਼ ਦੀ। ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਇਦਾਂ ਹੀ ਹੋਇਆ। ਬਿਲਕੁਲ ਇਸ ਤਰ੍ਹਾਂ ਹੀ ਹੋਇਆ ਸੀ। ਅਗਰ ਜੇ ਦੇਖਿਆ ਜਾਵੇ, ਜਿਹੜਾ ਆਪਾਂ ਨੋਟਬੰਦੀ ਦੀ ਗੱਲ ਕਰੀਏ ਜਾਂ ਆਪਣੇ ਖੇਤੀ ਕਾਨੂੰਨਾਂ ਦੀ ਗੱਲ ਕਰੀਏ, ਬਹੁਤ ਵਧੀਆ ਸੀ। ਇੱਕ ਕਹਿੰਦੇ ਆ ਬੱਚਾ ਜਨਮ ਲੈਂਦੇ ਹੀ ਭੱਜਦਾ ਨਹੀਂ ਹੁੰਦਾ। ਨੋਟਬੰਦੀ ਕਦੋਂ ਆਈ? ਜਦੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ, ਕੁਝ ਸਮੇਂ ਦੇ ਵਿੱਚ ਹੀ ਨੋਟਬੰਦੀ ਆ ਗਈ। ਉਹਦਾ ਕਾਰਨ ਕੀ ਸੀ? ਇਹ ਜਿਹੜੀ ਪਲੈਨਿੰਗ ਸਟਾਰਟ ਹੋਈ ਸੀ, ਇਹ ਆਪਾਂ ਜੇ ਕਹੀਏ ਮੋਦੀ ਸਾਹਿਬ ਹੋਰਾਂ ਵੱਲੋਂ ਨਹੀਂ ਹੋ ਕੇ, ਬਲਕਿ ਸਾਬਕਾ ਪ੍ਰਧਾਨ ਮੰਤਰੀ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਵੱਲੋਂ ਇਹ ਪਲੈਨਿੰਗ ਜਿਹੜੀ ਆ ਸਟਾਰਟ ਕੀਤੀ ਗਈ ਸੀ, ਜਦ ਕਿ ਉਹ ਇੰਪਲੀਮੈਂਟ ਨਹੀਂ ਕਰ ਸਕੇ, ਸੱਤਾ ਬਦਲੀ, ਪੁਰਾਣੇ ਵਾਲੀ ਜੋ ਪਲੈਨਿੰਗ ਚੱਲ ਰਹੀ ਸੀ ਉਸ ਨੂੰ ਇੰਪਲੀਮੈਂਟ ਕੀਤਾ ਗਿਆ ਰਾਤੋਂ ਰਾਤ, ਗਰਾਊਂਡ ਨਾ ਹੋਣ ਕਰਕੇ ਕਾਫੀ ਨੁਕਸਾਨ ਹੋਇਆ। ਲੇਕਿਨ ਜਿਹੜੀ ਹੁਣ ਇਹ ਮੁੱਦਾ ਚੱਲ ਰਿਹਾ, ਇੱਕ ਦੇਸ਼, ਠੀਕ ਹੈ ਜੀ, ਔਰ ਇੱਕ ਚੋਣ, ਇਸ ਦੇ ਵਿੱਚ ਵੀ ਮੁੱਦਾ ਬਹੁਤ ਵਧੀਆ, ਲੇਕਿਨ ਗਰਾਊਂਡ ਨਾ ਹੋਣ ਕਾਰਨ ਇਸ ਚੀਜ਼ ਦਾ ਵੀ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਰਮੇਸ਼ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਿ ਇਸ ਤਰੀਕੇ ਦਾ ਮੁੱਦੇ ਦਾ ਕਿਤੇ ਨਾ ਕਿਤੇ ਜੇ ਖਰਚੇ ਨੂੰ ਲਾ ਕੇ ਅਨੁਮਾਨ ਚੱਲੀਏ ਕਿ ਉਹਦੇ ਵਿੱਚ ਫਾਇਦਾ ਹੋ ਸਕਦਾ, ਕਾਫੀ ਲੱਖਾਂ ਕਰੋੜਾਂ ਰੁਪਈਆ ਬਚ ਸਕਦਾ ਜਿਹੜਾ ਚੋਣਾਂ ਦੇ ਵਿੱਚ ਖਰਚ ਹੋ ਜਾਂਦਾ। ਪਰ ਜੇ ਇੱਕ ਧਿਆਨ ਨਾਲ ਦੇਖਿਆ ਜਾਵੇ ਤਾਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਚੋਣ ਮੈਦਾਨ 'ਚ ਉਤਰੀਆਂ ਹੁੰਦੀਆਂ ਨੇ, ਉਹ ਆਪਣੇ ਵੱਲੋਂ ਇੰਨਾ ਕੁ ਪਹਿਲਾਂ ਹੀ ਖਰਚਾ ਕਰ ਦਿੰਦੇ ਆ ਕਿ ਜਿਹੜਾ ਹੁਣ ਇਹ ਚੱਲਣ ਬਣ ਚੁੱਕਾ ਕਿ ਜਦੋਂ ਵੀ ਵੋਟਾਂ ਆਉਣਗੀਆਂ, ਹਰ ਇੱਕ ਰਾਜਨੀਤਿਕ ਪਾਰਟੀ ਨੇ ਆਪਣੀ ਜੇਬ 'ਚੋਂ, ਆਪਣੀ ਪਾਰਟੀ ਦੇ ਫੰਡ 'ਚੋਂ ਖਰਚਾ ਕਰਨਾ ਹੀ ਕਰਨਾ, ਜਿਹੜਾ ਕਿ ਜੇ ਗਿਣਤੀ ਕੀਤੀ ਜਾਵੇ ਪੂਰੇ ਦੇਸ਼ ਦੇ ਵਿੱਚ ਰਾਜਾਂ ਸਮੇਤ, ਕੇਂਦਰ ਸਰਕਾਰ ਦੀ ਵੋਟਾਂ ਸਮੇਤ ਜਾਂ ਸਰਪੰਚੀ ਸਮੇਤ, ਤੇ ਲੱਖਾਂ ਕਰੋੜਾਂ ਰੁਪਈਆ ਜਿਹੜਾ ਨਾ ਉਹ ਵੇਸਟ ਹੋ ਜਾਂਦਾ, ਖਰਚ ਹੋ ਜਾਂਦਾ। ਫਿਰ ਇਸ ਚੱਲਣ ਨੂੰ ਅਸੀਂ ਬਦਲ ਪਾਵਾਂਗੇ ਜੇ ਮੰਨ ਲਓ ਇੱਕ ਦੇਸ਼ ਇੱਕ ਚੋਣ ਵੀ ਲੈਂਦੇ ਆ, ਪਰ ਰਾਜਨੀਤਿਕ ਪਾਰਟੀਆਂ ਤੇ ਉਹੀ ਚੋਣ ਮੈਦਾਨ 'ਚ ਉਤਰਨਗੀਆਂ ਨਾ, ਪਰ ਇਹ ਖਰਚਾ ਫਿਰ ਜਿਹੜਾ ਕਹਿੰਦੇ ਵੀ ਅਸੀਂ ਬਚਾ ਰਹੇ ਹਾਂ, ਉਹ ਬਚ ਪਾਏਗਾ ਕਿਉਂਕਿ ਚੱਲਣ ਚੱਲ ਚੁੱਕਾ ਖਰਚਾ ਕਰਨ ਦਾ ਇੱਕ ਦੂਜੇ ਦੇ ਵੱਲੋਂ। ਸਰ ਦੇਖੋ, ਜਿਸ ਤਰ੍ਹਾਂ ਕਿ ਮੈਂ ਕਿਹਾ, ਮੁੱਦਾ ਬਹੁਤ ਵਧੀਆ ਵਾ, ਜੇ ਤੇ ਅਗਰ ਪਲੈਨਿੰਗ ਦੇ ਨਾਲ ਗਰਾਊਂਡ ਤਿਆਰ ਕਰਕੇ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਵੇ ਫਿਰ ਤੇ ਪੋਸੀਬਲ ਹੈ। ਪਰ ਜਿਸ ਤਰ੍ਹਾਂ ਸੈਂਡੀ ਗਿੱਲ ਨੇ ਦੱਸਿਆ ਕਿ 40 ਲੱਖ EVM ਮਸ਼ੀਨਾਂ ਚਾਹੀਦੀਆਂ ਨੇ,
20 ਲੱਖ ਹੈਗੀਆਂ, 60 ਲੱਖ ਚਾਹੀਦੀਆਂ ਨੇ ਅਗਰ ਇਸ ਨੂੰ ਲਾਗੂ ਕਰਨਾ ਇੱਕ ਦੇਸ਼ ਇੱਕ ਚੋਣ ਨੂੰ, ਤੇ ਉਹ 40 ਲੱਖ ਕਿੱਥੋਂ ਬਣਨਗੀਆਂ? ਦੋ ਹੀ ਤੇ ਸਾਰੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਸਪਲਾਈ ਕਰਦੀਆਂ ਨੇ, ਤੇ ਇਹ ਕਿਵੇਂ ਫਿਰ ਲਾਗੂ ਕਰਨਗੇ? ਜਾਂ ਫਿਰ ਉਹਨਾਂ ਦਾ ਇੱਕ ਸਵਾਲ ਹੋਰ ਬੜਾ ਵਧੀਆ ਸੀ ਕਿ ਜਿੱਥੇ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਹੈਗੀਆਂ ਸਟੇਟਾਂ ਦੇ ਵਿੱਚ, ਹੋ ਸਕਦਾ ਕਿ ਉੱਥੇ ਉਹ ਪਹਿਲਾਂ ਕਰ ਦੇਣ ਕਿ ਮੈਂ ਇੱਥੇ ਅਸੀਂ ਕਰਵਾਉਂਦੇ ਹਾਂ ਜੀ ਲੋਕ ਸਭਾ ਦੇ ਨਾਲ ਹੀ ਅਸੀਂ ਇੱਥੋਂ ਆਪਣੀਆਂ ਸਰਕਾਰਾਂ ਹਟਾ ਦਿੰਦੇ ਹਾਂ ਤੇ ਇੱਥੇ ਚੋਣਾਂ ਹੋਣਗੀਆਂ। ਇਹਨਾਂ ਦੋਵਾਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ? ਦੇਖੋ ਜੀ, ਇਸ ਚੀਜ਼ ਦਾ ਵੀ ਹੱਲ ਹੈ। ਹੱਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਇੱਕ ਤੇ ਸੈਂਡੀ ਜੀ ਨੇ ਪਹਿਲੇ ਵੀ ਕਹਿ ਦਿੱਤਾ ਸੀਗਾ ਕਿ ਹੋਰ ਕੰਪਨੀਆਂ ਨੂੰ ਠੇਕਾ ਦੇ ਦਿੱਤਾ ਜਾਵੇ, ਠੀਕ ਹੈ ਜੀ। 40 ਲੱਖ ਤੇ ਨਹੀਂ, ਲੇਕਿਨ ਕੁਝ ਪਰਸੈਂਟ ਤਿਆਰ ਹੋ ਸਕਦੀਆਂ ਨੇ ਮਸ਼ੀਨਾਂ। ਉਸ ਤੋਂ ਬਾਅਦ ਕੁਝ ਸਟੇਟਾਂ ਦੇ ਵਿੱਚ ਪਹਿਲੇ ਜਿਸ ਤਰ੍ਹਾਂ ਇੱਕ ਪਾਰਟ ਦੇ ਵਿੱਚ ਚੋਣ ਕਰਾ ਦਿੱਤੀ, ਫਿਰ ਕੁਝ ਸਮੇਂ ਬਾਅਦ ਦੂਸਰੀਆਂ 4-5 ਸਟੇਟਾਂ ਦੇ ਵਿੱਚ ਕਰਾਤੀ, ਫਿਰ ਕੁਝ ਸਮੇਂ ਬਾਅਦ ਜਿਸ ਤਰ੍ਹਾਂ ਅਗਲੀਆਂ ਸਟੇਟਾਂ ਦੇ ਵਿੱਚ ਕਰਾਤੀ, ਜਿਸ ਤਰ੍ਹਾਂ ਅੱਗੇ ਵੀ ਹੁੰਦੀ ਹੈ ਚੋਣ। ਜੇ ਅਗਰ ਲੋਕ ਸਭਾ ਦੀ ਚੋਣ ਦੇਖੀ ਜਾਵੇ, ਪਹਿਲੇ ਵੀ ਹੁੰਦੀਆਂ ਨੇ ਚੋਣਾਂ, ਠੀਕ ਹੈ, ਪਾਰਟਸ ਦੇ ਵਿੱਚ ਹੁੰਦੀਆਂ ਨੇ। ਜਿਸ ਤਰ੍ਹਾਂ ਆਪਾਂ ਯੂਪੀ ਦੀ ਹੀ ਗੱਲ ਕਰੀਏ, ਇੱਕ ਯੂਪੀ ਸਟੇਟ ਦੇ ਵਿੱਚ 3 ਜਾਂ 4 ਹਿੱਸਿਆਂ ਦੇ ਵਿੱਚ ਚੋਣ ਹੁੰਦੀ ਹੈ। ਇਸ ਤਰ੍ਹਾਂ ਪਾਰਟਸ ਦੇ ਵਿੱਚ ਚੋਣ ਕਰਕੇ ਇਹ ਚੀਜ਼ ਪੋਸੀਬਲ ਕੀਤਾ ਜਾ ਸਕਦਾ ਹੈ। ਔਰ ਦੂਸਰੀ ਤਰਫ ਜੇ ਦੇਖਿਆ ਜਾਵੇ, ਜਿਸ ਤਰ੍ਹਾਂ ਮੋਦੀ ਜੀ ਨੇ ਪਹਿਲੇ 3-4 ਯਾਨੀ ਕਿ ਡਿਸੀਜਨ ਲਏ ਨੋਟਬੰਦੀ ਦੇ ਜਾਂ ਹੋਰ, ਦੇਖੋ ਜਿਸ ਪਰਸਨ ਨੇ ਜਾਂ ਜਿਸ ਪਾਰਟੀ ਨੇ ਇਹ ਡਿਸੀਜਨ ਲੈਣਾ ਹੁੰਦਾ ਆ, ਉਹ ਆਪਣੇ ਤੌਰ ਤੇ ਪਹਿਲੇ ਤੋਂ ਹੀ ਉਸ ਚੀਜ਼ ਦੀ ਗਰਾਊਂਡ ਤਿਆਰ ਕਰਨੀ ਸ਼ੁਰੂ ਕਰ ਦਿੰਦੀ ਹੈ। ਹੋ ਸਕਦਾ ਵਾ ਆਪਾਂ ਈਵੀਐਮ ਮਸ਼ੀਨਾਂ ਦੀ ਗੱਲ ਕਰਦੇ ਆ, ਉਹਨਾਂ ਨੇ ਤਿਆਰ ਕੀਤੀਆਂ ਵੀ ਹੋਣ, ਨਾ ਹੋਵੇ ਬੈਲਟ ਪੇਪਰ ਵੀ ਇੱਕ ਸੈਕਿੰਡ ਆਪਸ਼ਨ ਸਾਡੇ ਕੋਲ ਹੈਗੀ ਹੈ। ਜਦੋਂ ਉਹਨਾਂ ਨੇ ਇੱਕ ਚੀਜ਼ ਸੋਚ ਹੀ ਲਈ ਹੈ, ਜਿਵੇਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਨੇ, ਠੀਕ ਹੈ, ਕਿਤੇ ਨਾ ਕਿਤੇ ਸੱਤਾਧਰ ਪਾਰਟੀ ਨੂੰ ਇਸ ਚੀਜ਼ ਦਾ ਯਾਨੀ ਡਰ ਵੀ ਹੈ ਕਿ ਅਲਾਈਅੰਸ ਜਿਹੜਾ ਇੰਡੀਆ ਅਲਾਈਅੰਸ ਹੋਇਆ, ਉਸ ਚੀਜ਼ ਨਾਲ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਹੋ ਸਕਦਾ ਉਸ ਚੀਜ਼ ਤੋਂ ਉਭਰਨ ਵਾਸਤੇ ਪਹਿਲੇ ਤੋਂ ਹੀ ਇੱਕ ਪਲੈਨਿੰਗ ਚੱਲਦੀ ਹੋਵੇ। ਔਰ ਜਿਸ ਤਰ੍ਹਾਂ ਕਿ ਨੋਟਬੰਦੀ ਹੋਈ ਰਾਤੋਂ ਰਾਤ, ਕਾਨੂੰਨ ਦੇ ਵਿੱਚ ਸੋਧ ਹੋਇਆ, ਇਸ ਤਰ੍ਹਾਂ ਹੀ ਕੁਝ ਸਮੇਂ ਦੇ ਵਿੱਚ ਇਸ ਆਪਣੇ ਜਿਹੜੀ ਪਲੈਨਿੰਗ ਚੱਲ ਰਹੀ ਹੈ, ਉਸ ਚੀਜ਼ ਨੂੰ ਇੰਪਲੀਮੈਂਟ ਵੀ ਕੀਤਾ ਜਾ ਸਕਦਾ। ਤੁਸੀਂ ਇੰਡੀਆ ਅਲਾਇੰਸ ਦੀ ਗੱਲ ਕੀਤੀ, ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਕੇਂਦਰ ਬੀਜੇਪੀ ਦੀ ਸਰਕਾਰ ਦੇ ਖਿਲਾਫ ਚੋਣਾਂ ਲੜਨ ਲਈ, ਮਤਲਬ ਤਮਾਮ ਇਹ ਸਾਰੀਆਂ ਜਿੰਨੀਆਂ ਵੀ ਨੈਸ਼ਨਲ ਪਾਰਟੀਜ਼ ਨੇ ਉਹ ਇਕੱਠੀਆਂ ਹੋ ਗਈਆਂ ਨੇ। ਲੱਗਦਾ ਨਹੀਂ ਕਿ ਫਿਰ ਇਸ ਗੱਲ ਨੂੰ ਦੇਖਦਿਆਂ ਹੋਇਆਂ ਹੀ ਇਹ ਫੈਸਲਾ ਲਿਆ ਜਾ ਰਿਹਾ ਕੇਂਦਰ ਵੱਲੋਂ ਕਿ ਇੱਕ ਦੇਸ਼ ਇੱਕ ਚੋਣ ਕਰ ਦਿੱਤੀ ਜਾਵੇ, ਤੇ ਇਸ ਫੈਸਲੇ ਦੇ ਤਹਿਤ ਬੀਜੇਪੀ ਆਪਣਾ ਫਾਇਦਾ ਚੁੱਕਣਾ ਚਾਹੁੰਦੀ ਹੋਵੇ ਜਾਂ ਫਿਰ ਆਪਣੇ ਲਾਲਚ ਨੂੰ, ਸੱਤਾ ਦੇ ਲਾਲਚ ਨੂੰ ਪੂਰਾ ਕਰਨਾ ਚਾਹੁੰਦੀ ਹੋਵੇ? ਜੀ ਬਿਲਕੁਲ, ਇਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਦੇਖਿਆ ਜਾਵੇ ਕਿ ਪਿਛਲੇ 10 ਸਾਲ ਤੋਂ ਸੱਤਾ ਦੇ ਵਿੱਚ ਪਾਰਟੀ ਆਈ ਹੋਈ ਹੈ। 10 ਸਾਲ ਬਾਅਦ ਉਸ ਸਮੇਂ ਹੀ ਇਸ ਮੁੱਦੇ ਦੀ ਯਾਦ ਕਿਉਂ ਆਈ ਕਿ ਇਲੈਕਸ਼ਨ ਨੂੰ ਥੋੜਾ ਸਮਾਂ ਰਹਿ ਚੁੱਕਿਆ। ਸੱਤਾਧਾਰੀ ਪਾਰਟੀ ਹੈ ਜੋ ਇਹਨਾਂ ਦਾ ਯਾਨੀ ਪਿਛਲਾ ਸੱਤਾਕਾਲ ਦੇਖ ਚੁੱਕੇ ਆ, ਆਉਣ ਵਾਲੇ ਕੁਝ ਸਮੇਂ ਦੇ ਵਿੱਚ ਵੀ ਕੁਝ ਵੀ ਪੋਸੀਬਲ ਹੈ। ਆਪਾਂ ਇਸ ਚੀਜ਼ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਆਖਰੀ ਸਵਾਲ ਆ ਤੁਹਾਡੇ ਕੋਲ ਮੇਰਾ, ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਸ ਫੈਸਲੇ ਨੂੰ? ਇਹ ਦੇਸ਼ ਹਿੱਤ 'ਚ ਰਹੇਗਾ ਜਾਂ ਫਿਰ ਦੇਸ਼ ਦੇ ਨੁਕਸਾਨ 'ਚ ਰਹੇਗਾ? ਜੇ ਤੇ ਪਲੈਨਿੰਗ ਦੇ ਨਾਲ ਗਰਾਊਂਡ ਤਿਆਰ ਕਰਕੇ ਇਸ ਫੈਸਲੇ ਨੂੰ ਇੰਪਲੀਮੈਂਟ ਕੀਤਾ ਜਾਵੇ ਤੇ ਇਸ ਤੋਂ ਵਧੀਆ ਕੋਈ ਫੈਸਲਾ ਹੋ ਹੀ ਨਹੀਂ ਸਕਦਾ। ਔਰ ਦੁਨੀਆ ਦੇ ਵਿੱਚ ਇਤਿਹਾਸ ਲਿਖੇਗਾ ਇਹ ਫੈਸਲਾ, ਜੇ ਅਗਰ ਗਰਾਊਂਡ ਕਰਕੇ ਕੀਤਾ ਜਾਵੇ। ਜੇ ਅਗਰ ਬਗੈਰ ਗਰਾਊਂਡ ਤਿਆਰ ਕੀਤਿਆਂ ਇੰਡੀਆ ਅਲਾਈਅੰਸ ਤੋਂ ਡਰ ਕੇ ਆਪਣੇ ਫਾਇਦੇ ਲਈ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਜਾ ਰਹੀ ਹੈ ਬੀਜੇਪੀ ਸਰਕਾਰ, ਤੇ ਇਸ ਤੋਂ ਮਾੜਾ ਫੈਸਲਾ ਕੋਈ ਨਹੀਂ ਹੋਏਗਾ। ਬਿਲਕੁਲ, ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਰਮੇਸ਼ ਬਹਿਲ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਇਸ ਮੁੱਦੇ ਨੂੰ ਲੈ ਕੇ। ਭਾਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਖਰੀ ਸਵਾਲ ਤੁਹਾਡੇ ਕੋਲ ਵੀ ਹੈ ਕਿ ਫਾਇਦਾ ਕਿਹਦੇ 'ਚ ਰਹੇਗਾ, ਦੇਸ਼ ਦੇ ਹਿੱਤ 'ਚ ਰਹੇਗਾ ਕਿ ਦੇਸ਼ ਦੇ ਨੁਕਸਾਨ? ਵੇਖੋ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਨਾ, ਏਡੇ ਏਡੇ ਵੱਡੇ ਮੁੱਦੇ, ਇਹ ਜਜ਼ਬਾਤਾਂ ਦੇ ਵਹਿਣ 'ਚ ਬਹਿ ਕੇ ਨਹੀਂ ਇਹਨਾਂ ਬਾਰੇ ਗੱਲ ਹੁੰਦੀ। ਮੇਰੇ ਛੋਟੇ ਵੀਰ ਬਹਿਲ ਸਾਹਿਬ ਕਹਿ ਰਹੇ ਸੀ ਕਿ ਮੈਂ ਕੁਛ ਗੱਲਾਂ ਨਾਲ ਸਹਿਮਤ ਹਾਂ, ਕੁਛ ਗੱਲਾਂ ਨਾਲ ਨਹੀਂ। ਉਹ ਜਜ਼ਬਾਤੀ ਹੋ ਕੇ ਗੱਲ ਕਰ ਰਹੇ ਸੀ ਕਿ ਦੇਸ਼ ਲਈ ਬਹੁਤ ਵਧੀਆ ਹੈ, ਦੇਸ਼ ਲਈ ਆਹ ਹੋ ਗਿਆ, ਦੇਸ਼ ਲਈ ਤੁਸੀਂ ਉਹਨਾਂ ਨੇ ਜਿਹੜੀ ਗੱਲ ਕੀਤੀ ਖਰਚੇ ਦੀ, ਮੈਂ ਫੇਰ ਗੱਲ ਕਰਦਾ, ਗੱਲ ਹੁੰਦੀ ਅੰਕੜਿਆਂ ਦੀ। ਇਹ ਦੋ ਜਿਹੜੀਆਂ ਚੀਜ਼ਾਂ ਨੇ ਮੇਰੀਆਂ ਬੜੀਆਂ ਅਹਿਮ ਨੇ ਕਿ ਸਭ ਤੋਂ ਪਹਿਲਾਂ ਤੁਸੀਂ ਵੇਖੋ ਕਿ ਇਹਨਾਂ ਨੇ ਪਹਿਲਾਂ ਵਿਧਾਨ ਸਭਾ ਵਿੱਚ 22 ਲੱਖ ਦਾ ਖਰਚਾ ਸੀ ਇੱਕ ਕੈਂਡੀਡੇਟ ਦਾ, ਜਿਹੜਾ ਇਹਨਾਂ ਨੇ 40 ਲੱਖ ਕਰਤਾ, ਤੇ 70 ਲੱਖ ਸੀਗਾ ਲੋਕ ਸਭਾ ਦਾ, ਜਿਹੜਾ ਇਹਨਾਂ ਨੇ 95 ਲੱਖ ਕਰਤਾ। ਠੀਕ ਹੈ ਜੀ। ਜਿਹੜਾ ਇਲੈਕਸ਼ਨ ਕਮਿਸ਼ਨ ਦਾ ਖਰਚਾ ਅੰਦਾਜ਼ਨ ਜਾਂ ਉਹਨਾਂ ਦੀ ਵੈਬਸਾਈਟ ਤੇ ਜਾਂ ਅੰਕੜੇ ਬੋਲਦੇ ਨੇ 4000 ਕਰੋੜ ਦੇ ਲਗਭਗ ਸਮਥਿੰਗ ਜਿਹੜਾ ਉਹ ਪਿਛਲੀਆਂ ਇਲੈਕਸ਼ਨਾਂ 'ਚ ਉਹਨਾਂ ਦਾ ਖਰਚਾ ਆਇਆ ਥਰੂ ਆਊਟ ਇੰਡੀਆ ਇਲੈਕਸ਼ਨ ਲੋਕ ਸਭਾ ਦੀਆਂ 'ਚ, ਤੇ ਜਦ ਕਿ 10,500 ਕਰੋੜ ਇਹ ਕੱਲੀ ਭਾਜਪਾ ਨੇ ਖਰਚੇ ਆ।
ਤੇ 8.5 ਸਮਥਿੰਗ ਜਿਹੜਾ 12.5 ਦੇ 10-12 ਦੇ ਵਿੱਚ ਉਹ ਭਾਜਪਾ ਦਾ ਖਰਚਾ ਹੋਇਆ ਤੇ 8.5 ਕਰੋੜ ਦੇ ਲਾਗੇ ਚਾਗੇ ਕਾਂਗਰਸ ਦਾ ਹੋਇਆ। ਹੁਣ ਤੁਸੀਂ ਉਹ ਦੋਵਾਂ ਖਰਚਿਆਂ ਨੂੰ ਜੋੜ ਲਓ, ਬਾਕੀ ਸਾਰੀਆਂ ਅਦਰ ਪਾਰਟੀਆਂ ਕਿੰਨੀਆਂ ਨੇ ਇੱਥੇ 40-50, ਉਹਨਾਂ ਦੇ ਜੇ 100 ਕਰੋੜ ਵੀ ਲਾਓ ਤੇ ਕਿੱਥੇ ਰਕਮ ਜਾਂਦੀ ਹੈ, ਤੇ ਉੱਥੇ 4000 ਕਰੋੜ ਤੇ ਕੁਝ ਵੀ ਨਹੀਂ। ਪਰ ਫਿਰ ਜਿਹੜਾ ਖਰਚੇ ਬਚਾਉਣ ਦੀ ਗੱਲ ਕਰਦੀਆਂ ਨੇ, ਫਿਰ ਬਚ ਸਕਦਾ ਖਰਚਾ ਇਸ ਤਰੀਕੇ ਨਾਲ? ਦੱਸਣ ਲੱਗਾ ਜੀ, ਖਰਚਾ ਬਚਾਉਣਾ ਨਾ ਉਹਦਾ, ਇਹ ਅੱਜ ਬਹਿਲ ਸਾਹਿਬ ਜਜ਼ਬਾਤੀ ਬੰਦੇ ਨੇ, ਇਹੋ ਜਿਹੇ ਇੰਡੀਆ 'ਚ ਬਹੁਤ ਲੋਕ ਨੇ ਜਿਹੜੇ ਜਜ਼ਬਾਤ ਤੇ ਹਾਂਜੀ ਦੇਸ਼ ਲਈ ਬੜਾ ਫਾਇਦਾ। ਕਾਹਦਾ ਫਾਇਦਾ? ਜੇਕਰ ਨਹੀਂ ਵੇਖੋ, ਉਹਨਾਂ ਨੇ ਇਹ ਨਹੀਂ ਕਿਹਾ ਦੇਸ਼ ਲਈ ਫਾਇਦਾ, ਉਹਨਾਂ ਨੇ ਦੋਵੇਂ ਤੱਤ ਰੱਖੇ ਆ ਸਾਹਮਣੇ ਕਿ ਜੇ ਉਹ ਤਰੀਕੇ ਨਾਲ ਇਹਨੂੰ ਇੰਪਲੀਮੈਂਟ ਕਰਦੇ ਆ, ਸੋਚ ਵਿਚਾਰ ਕੇ ਕਰਦੇ ਆ, ਫਿਰ ਦੇਸ਼ ਲਈ ਫਾਇਦੇਮੰਦ ਆ। ਪਰ ਜੇ ਉਹ ਆਪਣੇ ਲਾਲਚ ਵਾਸਤੇ ਜਾਂ ਸੱਤਾ ਦੀ ਕੁਰਸੀ ਤੇ ਬਹਿਣ ਲਈ ਕਰਦੇ ਆ ਤਾਂ ਫਿਰ ਨੁਕਸਾਨਦੇਹ। ਭਾਲ ਜੀ, ਇੰਪਲੀਮੈਂਟ ਦੇਸ਼ ਲਈ ਨਹੀਂ, ਇਹ ਫਾਇਦੇਮੰਦ ਨਹੀਂ। ਤੁਸੀਂ ਜੇ ਇਹਨਾਂ ਦੇਸ਼ ਦਾ ਖਰਚਾ, ਇਹਨਾਂ ਮੋਦੀ ਜੀ ਜਾਂ ਜਿਹੜੇ ਬੀਜੇਪੀ ਸਮਰਥਕ ਨੇ ਉਹ ਕਹਿੰਦੇ ਜੀ ਖਰਚਾ ਘਟ ਜਾਏਗਾ, ਖਰਚਾ ਘਟਾਉਣ ਦਾ ਬੜਾ ਵਧੀਆ ਤਰੀਕਾ। ਇੱਕ ਇਲੈਕਸ਼ਨ ਕਮਿਸ਼ਨਰ ਨੇ ਪੁਰਾਣੇ, ਉਹ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਹਿੰਦੁਸਤਾਨ ਦੇ, ਮੇਰੇ ਕਿਸੇ ਨੋਨ ਸੀ ਕਿ ਉਹਨਾਂ ਨਾਲ ਇਹੋ ਗੱਲ ਮੈਂ ਉਹਨਾਂ ਨਾਲ ਇੱਕ ਦਿਨ ਕੀਤੀ ਸੀ। ਉਹ ਕਹਿੰਦੇ ਨੇ ਕਿ ਸੈਂਡੀ ਵੇਖ, ਜੇਕਰ ਇਹਨਾਂ ਨੇ ਖਰਚਾ ਘਟਾਉਣਾ, ਬੜੀ ਵਧੀਆ ਉਹਨਾਂ ਦੀ ਗੱਲ ਸੀ, ਕਹਿੰਦੇ ਇਹਨਾਂ ਦਾ 10,000 ਕਰੋੜ ਤੋਂ ਵੱਧ ਭਾਜਪਾ ਦਾ ਖਰਚਾ, 8.5 ਦੇ ਕਰੀਬ ਕਾਂਗਰਸ ਦਾ, ਬਾਕੀਆਂ ਦਾ 100 ਕਰੋੜ ਲਾ ਲਓ ਤੁਸੀਂ, ਤੇ ਉਹਨਾਂ ਦਾ 4000 ਕਰੋੜ ਹੈ। ਤੇ ਇਹ ਉਹਨਾਂ ਦਾ ਜਿਹੜਾ ਖਰਚਾ ਵੈ ਪਾਰਟੀਆਂ ਦਾ ਸੀਮਿਤ ਕਰ ਦੇਣ, ਸੀਮਿਤ ਕਰ ਦੋ। ਜਦੋਂ ਇਹ ਖਰਚਾ ਸੀਮਿਤ ਕਰਕੇ ਵੀ ਤੇ ਕੋਈ ਸੀਮਿਤ ਰਹਿੰਦਾ ਨਹੀਂ ਨਾ ਜੀ। ਨਹੀਂ ਨਾ, ਫਿਰ ਜਦੋਂ ਇਹਨਾਂ 80 ਲੱਖ ਰੁਪਇਆ ਕੀਤਾ, ਹੁਣ ਪਾਰਟੀਆਂ ਨੂੰ ਚੰਦਾ ਆਉਂਦਾ, ਭਾਜਪਾ ਨੂੰ ਸਭ ਤੋਂ ਵੱਧ ਆਉਂਦਾ, ਉਹਦਾ ਇੱਕ ਲਾਭ ਬਣਿਆ ਕਿ ਤੁਸੀਂ ਉਹਦੇ ਬਾਰੇ ਪੁੱਛ ਨਹੀਂ ਸਕਦੇ, ਤੇ ਉਹ ਲਾਭ ਟੁੱਟਣਾ ਚਾਹੀਦਾ। ਤੇ ਇਹ ਅੰਡਰ ਜਿਹੜਾ ਆਉਣਾ ਚਾਹੀਦਾ ਗਵਰਨਮੈਂਟ ਦੇ ਜਾਂ ਕਮਿਸ਼ਨ ਕਿਸੇ ਦੇ, ਵੀ ਠੀਕ ਹੈ ਜਿੰਨਾ ਚੰਦਾ ਆਏਗਾ ਉਹਦਾ ਤੁਹਾਨੂੰ, ਜਿੱਦਾਂ ਵੇਖੋ ਕਿੱਦਾਂ ਨਹੀਂ ਫਸਦਾ, ਜਦੋਂ ਤੁਸੀਂ ਆ ਇਲੈਕਸ਼ਨ 'ਚ ਫਾਰਮ ਭਰਦੇ ਹੋ ਤੁਹਾਨੂੰ ਆਪਣੀ ਪ੍ਰਾਪਰਟੀ ਦੱਸਣੀ ਪੈਂਦੀ ਹੈ ਕਿੰਨੀ ਹੈ, ਜਦੋਂ ਬਾਅਦ 'ਚ ਪੰਗੇ ਪੈਣ ਡੇ ਕਿੱਦਾਂ ਨਿਕਲ ਰਹੇ ਨੇ, ਅਗਲੇ ਟੰਗੇ ਜਾਣ ਡੇ ਨੇ, ਜੇਲ੍ਹਾਂ 'ਚ ਜਾਣਾ ਪੈਣ ਡਿਆ ਕਿ ਤੁਸੀਂ ਪ੍ਰਾਪਰਟੀ ਦਿੱਤੀ 10,000 ਕਰੋੜ, ਬਾਅਦ 'ਚ ਤੁਹਾਡੀ 20,000 ਕਰੋੜ ਹੈ, ਸਾਬਤ ਕਰੋ 10 ਕਿੱਥੋਂ ਆਇਆ। ਸੋਨੀ ਸਾਹਿਬ ਕਾਂਗਰਸ ਦੇ ਫਤਿਹ ਨਹੀਂ, ਖਰਚਾ ਉਹਨਾਂ ਦਾ 8,000 ਕਰੋੜ ਹੈ, ਕਮਾਈ 4,000 ਕਰੋੜ ਹੈ, ਉਹ ਕਿੱਥੋਂ ਆ ਗਈ? ਜਿੰਨਾ ਵੀ ਉਹ ਦੱਸ ਰਹੇ ਨੇ, ਜਿੰਨੇ ਵੀ ਅੰਕੜੇ ਬੋਲਦੇ, ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਬਹੁਤ ਡੂੰਘੀ। ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ, ਲੋਕਾਂ ਨੂੰ ਇਹ ਸਮਝਣਾ ਚਾਹੀਦਾ, ਸੰਵਿਧਾਨ 'ਚ ਸੋਧ ਹੋਏਗੀ। ਜੇ ਸੰਵਿਧਾਨ 'ਚ ਸੋਧ ਗੱਲਾਂ ਨਾਲ ਨਹੀਂ ਹੁੰਦੀ, ਜਜ਼ਬਾਤਾਂ ਨਾਲ ਨਹੀਂ ਹੁੰਦੀ, ਸੰਵਿਧਾਨ 'ਚ ਸੋਧ ਕਰਨ ਨੂੰ ਟਾਈਮ ਲੱਗਦਾ। 40 ਲੱਖ ਮਸ਼ੀਨਾਂ ਨਹੀਂ ਬਣ ਸਕਦੀਆਂ, ਠੀਕ ਹੈ। ਹਾਂ, ਇਹ ਕਰ ਸਕਦੇ ਨੇ ਕਿ ਐਪ ਇੰਪਲੀਮੈਂਟ ਕਰ ਦੇਣ, ਜਾਂ ਇਹਨਾਂ ਦੀ ਦੱਬੂ ਕੋ ਸਲੂਕ ਕਮੇਟੀ 'ਚ ਕੁਝ ਕਰਕੇ, ਤੇ ਜਿਹੜੇ 4-5 ਰਾਜਾਂ 'ਚ ਇਲੈਕਸ਼ਨਾਂ ਹੋਣੀਆਂ ਉਹਨੂੰ ਇੰਪਲੀਮੈਂਟ ਕਰ ਦੇਣ। ਅਦਰਵਾਈਜ਼ ਜੇ ਅਸੀਂ ਸਮਝੀਏ ਵੀ ਇਹਨੂੰ ਏਡੀ ਛੇਤੀ ਲਾਗੂ ਕਰ ਦੇਣ, ਫਿਰ ਦੂਜੀ ਇੱਕ ਸਭ ਤੋਂ ਵੱਡੀ ਗੱਲ ਹੈ ਜੀ, ਜੇ ਇੱਕ ਹੋਣ ਡਿਆ ਪਿਆ ਹੁਣ, ਜਦੋਂ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ, ਜਾਂ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗਾ, ਮੰਨ ਲਓ ਲੋਕ ਸਭਾ ਅਗਲੀਆਂ ਜਿਹੜੀਆਂ 2024 ਦੀਆਂ ਇਹਨਾਂ ਕਰਤੀਆਂ ਇਕੱਠੀਆਂ, ਤੇ ਨਾਲ ਵਿਧਾਨ ਸਭਾ ਵੀ ਕਰਤੀਆਂ, ਸਾਰੀਆਂ ਤੋੜਤੀਆਂ, ਪਹਿਲੀਆਂ ਦੂਜੀਆਂ ਸਾਰੀਆਂ ਭੰਗ ਕਰਕੇ ਕਰਤੀਆਂ। ਹੈ ਲਿਫਾਫੇਬਾਜ਼ੀ, ਇਹੀ ਮੰਨ ਲਿਆ ਵੀ ਇਹ ਡਿਕਟੇਟਰਸ਼ਿਪ ਕਹਿੰਦੇ ਆ, ਕਰਤੀ। ਇਦਾਂ ਹੋ ਨਹੀਂ ਸਕਦਾ, ਚਲੋ ਮੰਨ ਲਿਆ ਇੱਕ ਮਿੰਟ ਵਾਸਤੇ ਹੋ ਜਾਏਗਾ। ਅਗਲੇ 6 ਮਹੀਨੇ ਬਾਅਦ ਭਾਜਪਾ ਕਿਸੇ ਸੂਬੇ ਦੀ ਸਰਕਾਰ ਤੋੜ ਦਿੰਦੀ ਹੈ, ਤੇ ਕੀ ਉੱਥੇ 4.5 ਸਾਲ ਰਾਸ਼ਟਰਪਤੀ ਰਾਜ ਰਹੇਗਾ? ਇਦਾਂ ਹੋ ਹੀ ਨਹੀਂ ਸਕਦਾ। ਫਿਰ ਸਰਕਾਰ ਤੇ ਨਹੀਂ ਨਾ, ਫਿਰ 5 ਸਾਲ ਬਾਅਦ ਚੋਣ ਹੋਣੀ ਨਾ ਉੱਥੇ। ਜਦੋਂ ਅੱਜ ਮੰਨ ਲਓ ਪੰਜਾਬ ਦੀ ਮੈਂ ਉਦਾਹਰਨ ਦਿੰਦਾ, ਮੈਂ ਇਸ ਕਰਕੇ ਦਰਸ਼ਕਾਂ ਨੂੰ ਕਲੀਅਰ ਸਮਝਾਵਾਂ, ਮੰਨ ਲਓ ਪੰਜਾਬ 'ਚ ਅੱਜ ਨਾਲ ਹੀ ਚੋਣ ਹੋ ਜਾਂਦੀ ਹੈ ਲੋਕ ਸਭਾ ਦੀ ਵੀ, ਤੇ ਲੋਕ ਸਭਾ ਦੇ ਨਾਲ ਵਿਧਾਨ ਸਭਾ ਦਾ ਵੀ ਹੋ ਜਾਂਦੀ ਹੈ। ਅਗਲੇ 6 ਮਹੀਨੇ ਦੇ ਵਿੱਚ, 3 ਮਹੀਨਿਆਂ ਵਿੱਚ ਬੀਜੇਪੀ ਜਾਂ ਹੋਰ ਕੋਈ ਪਾਰਟੀ ਇੱਥੇ ਤੋੜ ਮਰੋੜ ਕਰਕੇ ਤੇ ਉਹ ਸਰਕਾਰ ਤੋੜ ਦਿੰਦੀ ਕਿਸੇ ਵੀ ਸੂਬੇ ਦੀ, ਪੰਜਾਬ ਦੀ, ਹਰਿਆਣੇ ਦੀ, ਹਿਮਾਚਲ ਦੀ, ਉੱਥੇ ਫਿਰ 4.5 ਸਾਲ ਰਾਸ਼ਟਰਪਤੀ ਰਾਜ ਰਹੇਗਾ। ਇਹ ਪੋਸੀਬਲ ਹੀ ਨਹੀਂ। ਇਹ 1957 ਵਿੱਚ ਇੱਕ ਵਾਰੀ ਹੋਇਆ ਸੀ, ਕੇਰਲਾ ਦੀ ਸਰਕਾਰ ਇਦਾਂ, ਜਦੋਂ ਇਹ 1966 ਤੱਕ ਇਹ ਚੱਲਦਾ ਰਿਹਾ, ਇੱਕ ਵਾਰੀ ਇੱਕ ਸਰਕਾਰ ਤੋੜੀ ਗਈ ਸੀ, ਉਹ ਦੁਬਾਰਾ ਇੰਪਲੀਮੈਂਟ ਨਹੀਂ ਉਹ ਚੀਜ਼ਾਂ ਹੋ ਸਕਦੀਆਂ। ਇਹ 1957 ਦੀ ਗੱਲ ਆ। ਤੁਸੀਂ ਅੰਕੜਿਆਂ 'ਚ ਜਾਓ, ਭਵਿੱਖ ਤੇ ਨਜ਼ਰ ਮਾਰੋ, ਪਿੱਛੇ ਨਜ਼ਰ ਮਾਰੋ, ਫਿਰ ਪਤਾ ਲੱਗਦਾ। ਏਦਾਂ ਨਹੀਂ ਵੀ ਆਹ ਚੀਜ਼ ਉਹਨਾਂ ਕਹਿਤੀ, ਠੀਕ ਹੈ, ਦੇਸ਼ ਹਿੱਤ ਵਿੱਚ ਤਾਂ ਹੈ, ਜੇਕਰ ਉਹਦਾ ਖਰਚਾ 4,000 ਕਰੋੜ ਹੈ ਤੇ ਦੂਜਾ 20,000 ਕਰੋੜ ਕਰ ਰਹੇ ਨੇ, ਉਹਨੂੰ ਘਟਾਓ। ਉਹ ਦੇਸ਼ ਹਿੱਤ ਚਾਹੀਦਾ। ਉਹ ਕਿੱਥੋਂ ਜਾ ਰਹੇ ਨੇ ਪੈਸੇ? ਤੁਹਾਡੇ ਸਾਡੇ ਨੇ ਨਾ। ਉਹ 20,000 ਕਰੋੜ ਉੱਤੋਂ ਤਾਂ ਨਹੀਂ ਨਾ ਡਿੱਗਣ ਡਿਆ ਉਹਨਾਂ ਨੂੰ, ਤੇ ਕਿੱਥੇ 4,000 ਕਰੋੜ, ਕਿੱਥੇ 20,000 ਕਰੋੜ, ਠੀਕ ਹੈ। ਤੇ ਜੇ ਦੇਸ਼ ਦਾ ਹੀ ਨਾ, ਮੈਂ ਮੰਨ ਲਿਆ ਜੀ ਕਿ ਕਈ ਜਜ਼ਬਾਤੀ ਜਾਂ ਭਾਜਪਾ ਵਾਲੇ ਸਮਰਥਕ, ਹਰ ਇੱਕ ਨੂੰ ਆਪਣਾ ਰਾਈਟ ਹੈ, ਉਹ ਆਪਣੇ ਤਾਂ ਠੀਕ ਹੈ, ਉਹ ਸੋਚਣ, ਉਹਨਾਂ ਨੂੰ ਸੋਚਣਾ ਚਾਹੀਦਾ, ਉਹਨਾਂ ਦੀ ਸਭ ਤੋਂ ਵੱਡੀ ਦੇਸ਼ ਦੀ ਪਾਰਟੀ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਇਹਨਾਂ ਨੇ 20 ਲੱਖ ਕਰੋੜ ਤੋਂ ਵੱਧ ਉਹ ਬੰਦਿਆਂ ਨੂੰ ਮਾਫ ਕਰਤੇ ਨੇ ਕਰਜ਼ੇ, ਜਿਹੜੇ ਇਹਨਾਂ ਦੇ ਸੱਜਣ ਮਿੱਤਰ ਕਹੇ ਜਾਂਦੇ ਆ, ਜਾਂ ਇਹਨਾਂ ਦੇ ਕਲੀਗ, ਜਾਂ ਇਹਨਾਂ ਦੇ ਨੇੜਲੇ ਬੰਦੇ, ਜਿਨ੍ਹਾਂ ਚੋਂ 72 ਬੰਦੇ ਜਿਹੜੇ ਨੇ ਉਹ ਵਿਦੇਸ਼ਾਂ 'ਚ ਦੌੜ ਗਏ ਨੇ।
72 ਬੰਦੇ ਜਿਹੜੇ ਕਿ ਲੱਖਾਂ ਕਰੋੜਾਂ ਰੁਪਈਆ ਲੈ ਕੇ ਚੱਲ ਗਏ ਨੇ। ਤੇ ਜੇ ਦੇਸ਼ ਨੂੰ ਫਾਇਦੇ 'ਚ ਲਿਆਉਣਾ ਜਾਂ ਬਚਾਉਣਾ, ਉਹ 20 ਲੱਖ ਕਰੋੜ ਲਿਆਓ, ਉਹ 72 ਬੰਦਿਆਂ ਨੂੰ ਫੜ ਕੇ ਇੱਥੇ ਲਿਆਓ। ਆ ਤੁਸੀਂ ਕੱਲ ਦੀ ਗੱਲ ਵੇਖੋ ਜੀ, ਆ 2 ਦਿਨ ਹੋਏ ਨੇ, ਤੁਸੀਂ ਜਿਹੜਾ ਕਮੇਟੀ 'ਚ ਮੈਂਬਰ ਨੇ ਸਾਲਵੇ ਜੀ, ਏਡੇ ਤਗੜੇ ਵਕੀਲ ਨੇ ਹਿੰਦੁਸਤਾਨ ਦੇ, ਟਾਪ ਦੇ ਨਾਮਵਰ ਵਕੀਲ ਨੇ। ਉਹਨਾਂ ਦੀ ਸ਼ਾਦੀ ਹੋਈ ਤੀਸਰੀ ਉੱਥੇ ਲੰਡਨ 'ਚ, ਤੇ ਉੱਥੇ ਜਿਹੜਾ ਉਹ ਬੰਦਾ ਸ਼ਾਦੀ 'ਚ ਪੈਗ ਉਹਨਾਂ ਨਾਲ ਸਾਂਝਾ ਕਰਨ ਡਿਆ, ਲਲਿਤ ਮੋਦੀ, ਜਿਹੜਾ ਕਿ ਇੱਥੋਂ 700 ਕਰੋੜ ਰੁਪਈਆ ਲੈ ਕੇ, 7000 ਕਰੋੜ ਰੁਪਈਆ ਲੈ ਕੇ ਤੇ ਉਹ ਭਗੌੜਾ ਹੋਇਆ, ਤੇ ਉਹਨੂੰ ਲੱਭਣ ਡੇ ਨੇ, ਸਾਰੀਆਂ ਏਜੰਸੀਆਂ ਨੂੰ ਲੱਭਣ ਡੀਆਂ, ਤੇ ਉਹ ਉਸੇ ਬੰਦੇ ਦੇ ਨਾਲ ਪਿਆਲਾ ਸਾਂਝਾ ਕਰਨ ਡਿਆ ਜਿਹੜਾ ਬੰਦਾ ਇਸ ਕਮੇਟੀ ਵਿੱਚ। ਇਹ ਕਿੱਡੀ ਕੁ ਵਧੀਆ ਗੱਲ ਹੈ। ਇਹ ਕੋਈ ਉਹਨੂੰ ਫੜ ਕੇ ਲਿਆਉਣ, ਉਹ ਬੰਦਿਆਂ ਨੂੰ ਲੈ ਆਉਣ, ਤੇ ਇਹ ਹੋ ਜਾਂਦਾ। ਇਹ ਜ਼ਰੂਰੀ ਨਹੀਂ ਕਿ ਆਪਾਂ ਇਲੈਕਸ਼ਨ ਤੇ ਕਰ ਦਈਏ, ਇਲੈਕਸ਼ਨ ਤੇ ਬੋਝ ਪੈ ਜਾਏਗਾ, ਸਭ ਕੁਝ ਹੋ ਜਾਏਗਾ। ਸਭ ਤੋਂ ਮੈਂ ਅਖੀਰ 'ਚ ਤੁਹਾਨੂੰ ਇਹ ਦੱਸਣਾ ਚਾਹਾਂ, ਇਹ 40 ਲੱਖ ਮਸ਼ੀਨਾਂ ਵੀ ਤੁਸੀਂ ਗੱਲਾਂ ਨਾਲ ਬਣਾ ਲਈਆਂ, ਗੱਲਾਂ ਦਾ ਕੜਾਹ ਤੇ ਇਹ ਇੰਡੀਅਨ ਵੈਸੇ ਬੜਾ ਬਣਾ ਲੈਂਦੇ ਨੇ। 40 ਲੱਖ ਮਸ਼ੀਨਾਂ ਵੀ ਬਣ ਗਈਆਂ, ਸਭ ਕੁਝ ਬਣ ਗਿਆ, ਇੰਪਲੀਮੈਂਟ ਵੀ ਹੋ ਗਿਆ, ਸਭ ਕੁਝ ਹੋ ਗਿਆ। ਤੁਸੀਂ ਮੈਨੂੰ ਇਹ ਦੱਸੋ ਕਿ ਜੇ ਇਹ ਉੱਤੇ ਮੰਨ ਲਓ ਰਾਹੁਲ ਗਾਂਧੀ ਆ ਜਾਂਦੇ ਆ ਜਾਂ ਮੋਦੀ ਸਾਹਿਬ ਆ ਜਾਂਦੇ, ਕੋਈ ਵੀ ਆ ਜੇ, ਉਹਨਾਂ ਦੀ ਸਾਰੇ ਹਿੰਦੁਸਤਾਨ ਵਿੱਚ ਮੋਨੋਪੋਲੀ ਹੋ ਗਈ, ਤੇ ਫਿਰ ਦੂਜੇ ਤੇ ਮਰ ਗਏ। ਜਿਸ ਦੇਸ਼ 'ਚ ਆਪੋਜੀਸ਼ਨ ਹੀ ਨਾ ਰਹੇਗੀ, ਉਸ ਦੇਸ਼ ਵਿੱਚ ਉਹ ਦੇਸ਼ ਗਾਂਹ ਕਿੱਦਾਂ ਵਧੇਗਾ? ਉਹ ਅਸਲੀ ਡਿਕਟੇਟਰਸ਼ਿਪ ਹੋਏਗੀ, ਫਿਰ ਤੇ ਹਿਟਲਰ ਰਾਜ ਆ ਜਾਏਗਾ। ਏਦਾਂ ਹੋ ਹੀ ਨਹੀਂ ਸਕਦਾ ਕਿ ਸਾਰੇ ਲੋਕ ਸਭਾ ਦੀਆਂ ਸਾਰੀਆਂ 543 ਸੀਟਾਂ ਤੁਸੀਂ ਇੱਕ ਪਾਰਟੀ ਜਾਂ 400 ਤੋਂ ਵੱਧ ਉੱਤੇ ਲੈ ਜੇ, ਨਾਲ ਉਹ ਵਿਧਾਨ ਸਭਾ ਵੀ ਸਾਰੀਆਂ ਚੁੱਕ ਕੇ ਲੈ ਜੇ, ਤੇ ਫਿਰ ਤੇ ਖਤਮ ਹੋ ਗਿਆ ਕੰਮ। ਫਿਰ ਥੜੜੀਆਂ ਖੇਤਰੀ ਪਾਰਟੀਆਂ ਤੇ ਮਰ ਗਈਆਂ, ਉਹ ਤੇ ਬਿਨਾਂ ਪਾਣੀ ਤੋਂ ਮਰ ਗਈਆਂ। ਇਸ ਕਰਕੇ ਇਹ ਕੰਮ ਹੋਣਾ ਬਹੁਤ ਔਖਾ ਹੈ। ਇਹਨਾਂ ਨੂੰ ਅੰਕੜੇ ਜਿਹੜੇ ਦੱਸਦੇ ਆ ਜਾਂ ਇਤਿਹਾਸ ਦੱਸਦਾ ਹੈ। ਮੈਂ ਤੁਹਾਨੂੰ ਲਾਸਟ ਤੇ ਗੱਲ ਆਪਣੇ ਤੁਹਾਡੇ ਰਾਹੀਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਜਦੋਂ ਵੀ ਇਹਨਾਂ ਵਿਚਾਰਾਂ ਨੂੰ ਕਰਦੇ ਹੋ ਨਾ, ਜਜ਼ਬਾਤਾਂ ਤੇ ਨਾ ਕਰਿਆ ਕਰੋ, ਅੰਕੜਿਆਂ ਤੇ ਕਰਿਆ ਕਰੋ। ਉਹਦਾ ਕਾਰਨ ਇਹ ਆ ਕਿ ਜੇਕਰ ਲਾ ਕਮਿਸ਼ਨ ਜਿਹੜਾ ਇਹਨਾਂ ਦੀ ਸਰਕਾਰ ਦਾ ਹੀ, ਲਾ ਕਮਿਸ਼ਨ ਨੇ ਸਾਰਾ ਸਿਸਟਮ ਵੇਖਣਾ, ਉਹਨਾਂ ਤੋਂ ਵਧੀਆ ਕੋਈ ਰਿਪੋਰਟ ਨਹੀਂ ਦੇ ਸਕਦਾ ਕਿ ਇਹ ਇੰਪਲੀਮੈਂਟ ਹੋਏਗਾ ਕਿ ਨਹੀਂ ਹੋਏਗਾ। ਤੇ ਜੇ ਲਾ ਕਮਿਸ਼ਨ ਹੱਥ ਖੜੇ ਕਰ ਗਿਆ ਵੀ ਇਹ ਸੰਭਵ ਨਹੀਂ ਗਾ ਏਡੀ ਛੇਤੀ, ਠੀਕ ਹੈ, ਬਾਕੀ ਠੀਕ ਹੈ ਕਿ ਇਹਨੂੰ ਇੱਥੇ ਸਟੱਡੀ ਕੀਤੀ ਜਾਏ। ਹਾਂ, ਇੱਕ ਸਭ ਤੋਂ ਜ਼ਰੂਰੀ ਪੁਆਇੰਟ ਹੈ, ਜਿਹੜੀ ਇਹਨਾਂ 8 ਮੈਂਬਰੀ ਕਮੇਟੀ ਬਾਰੇ ਹੁਣ 7 ਰਹਿ ਗਈ ਹੈ, ਉਹਦੇ 'ਚ ਇਹਨਾਂ ਆਪਣੇ ਪ੍ਰਭਾਵ ਵਾਲੇ ਬੰਦੇ, ਜਿਹੜੇ ਵਿਰੋਧੀਆਂ ਦਾ ਇਲਜ਼ਾਮ ਹੈ, ਇਹਨਾਂ ਆਪਣੇ ਪ੍ਰਭਾਵ ਵਾਲੇ ਬੰਦੇ ਲਏ ਨੇ। ਇਹਨਾਂ ਨੂੰ ਚਾਹੀਦਾ ਹੈ ਕਿ ਇਹ ਸਾਰੀਆਂ ਧਿਰਾਂ ਜਿੰਨੀਆਂ ਇੱਥੇ ਆਪੋਜੀਸ਼ਨ ਨੇ, ਜਿੰਨੇ ਬੁੱਧੀਜੀਵੀ ਨੇ ਚੰਗੇ ਚੰਗੇ ਚੋਟੀ ਦੇ, ਸਾਰਿਆਂ ਨਾਲ ਸਲਾਹ ਕਰਨ। ਇਹਨੂੰ 2-3 ਸਾਲ ਦਾ ਸਮਾਂ ਵੀ ਦੇ ਦੇਣ, ਉਹ ਵੀ ਥੋੜਾ ਵਾ। ਤੇ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਵੈਲ ਸਾਹਿਬ ਵੀ ਇਹ 40 ਲੱਖ ਨਹੀਂ ਤੇ ਥੋੜੀਆਂ ਬਣ ਜਾਣਗੀਆਂ, ਏਦਾਂ ਨਹੀਂ ਹੁੰਦਾ। ਜਿਹੜਾ ਇੱਕ ਹੋਰ ਉਹਨਾਂ ਗੱਲ ਕਹੀ ਸੀ ਵੀ ਇਹ ਅੱਜ ਇੱਥੇ ਕਰਾ ਲਓ, ਅੱਜ ਇੱਕ ਦੇਸ਼ ਇੱਕ ਚੋਣ ਦਾ ਮਤਲਬ ਇਹ ਆ ਕਿ ਲੋਕ ਸਭਾ ਦੀਆਂ ਚੋਣਾਂ ਇਹ ਇਦਾਂ ਦੇ ਉਹ ਸਾਲ ਲੱਗ ਜਾਏਗਾ। ਤੁਸੀਂ ਪੂਰਾ ਦੇਸ਼ ਵੇਖੋ, ਇਹਨੂੰ ਕਰਕੇ ਵੇਖੋ ਕਿ 1 ਸਾਲ 'ਚ ਥੋੜਾ ਚੋਣਾਂ ਹੋਣਗੀਆਂ। ਅਸੀਂ ਇੱਕ ਸੂਬੇ 'ਚ ਕਰਾਉਂਦੇ ਆ, ਅੱਜ ਹੋ ਗਈਆਂ ਜੀ, ਅੱਜ ਇੱਥੇ ਹੋ ਗਈਆਂ ਜੀ, ਤੇ 15 ਦਿਨਾਂ ਨੂੰ ਰਿਜ਼ਲਟ ਆਏਗਾ। ਉੱਥੇ 15 ਦਿਨ, ਕਈ ਵਾਰੀ ਮਹੀਨਾ ਪੈ ਜਾਂਦਾ। ਤੇ ਜਦੋਂ ਪੂਰੇ ਹਿੰਦੁਸਤਾਨ ਦੀਆਂ ਪੂਰੀਆਂ ਵਿਧਾਨ ਸਭਾ ਤੇ ਪੂਰੀਆਂ ਲੋਕ ਸਭਾ ਹੋਣਗੀਆਂ, ਉਹਨੂੰ 1 ਸਾਲ ਲੱਗ ਜਾਣਾ, ਸਾਲ ਤੋਂ ਵੀ ਵੱਧ ਲੱਗ ਜਾਣਾ। ਜਿਹੜੀ ਗੱਲ ਕਾਗਜ਼ਾਂ ਤੇ ਉਕਰੀ ਨਹੀਂ ਜਾ ਸਕਦੀ। ਕੁਝ ਗੱਲਾਂ ਸਾਡੇ ਖਿਆਲਾਤਾਂ ਤੱਕ ਠੀਕ ਨੇ, ਸਾਡੇ ਆਪਣੇ ਸੈਟਿਸਫੈਕਸ਼ਨ ਵਾਸਤੇ ਠੀਕ ਨੇ, ਬਟ ਉਹ ਕਾਗਜ਼ਾਂ ਤੇ ਨਹੀਂ ਆ ਸਕਦੀਆਂ। ਇਹੋ ਹੀ ਗੱਲ ਆ। ਇਹ ਕਰਨਾ ਚਾਹੀਦਾ ਇਹਨਾਂ ਨੂੰ। ਜੇ ਕਰਨਗੇ ਤੇ ਇਹ 5 ਰਾਜਾਂ ਨੂੰ ਮੁੱਖ ਰੱਖ ਕੇ ਜਿੱਥੇ ਚੋਣਾਂ ਹੋ ਰਹੀਆਂ, ਜਾਂ ਬਹੁਤ ਬੁੱਧੀਜੀਵੀ ਆਂਦੇ ਆ ਜਿਹੜੀ ਅੱਗੇ ਗੱਲ ਕਹੀ ਹੈ ਵੀ ਇਹਨਾਂ ਜੇ ਪ੍ਰੈਕਟੀਕਲ ਕਰਨਾ ਹੈ, ਪ੍ਰਯੋਗ ਕਰਨਾ ਹੈ, ਤੇ ਆਪਣੇ ਰਾਜਾਂ 'ਚ ਕਰ ਲੈਣ। ਸਾਰੇ ਆਪਣੇ ਰਾਜਾਂ ਦੀਆਂ ਸਰਕਾਰਾਂ ਭੰਗ ਕਰ ਦੇਣ ਤੇ ਇੱਕ ਪ੍ਰਯੋਗ ਕਰਕੇ ਵੇਖ ਲੈਣ। ਜੇ ਸਫਲ ਹੋ ਜਾਂਦਾ ਤੇ ਫਿਰ ਸਾਰਾ ਦੇਸ਼ 'ਚ ਲਾਗੂ ਕਰ ਦੇਣ। ਜੀ ਬਿਲਕੁਲ। ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਸੈਂਡੀ ਗਿੱਲ ਅਤੇ ਰਮੇਸ਼ ਬਹਿਲ, ਜਿਨ੍ਹਾਂ ਨੇ ਇੱਕ ਦੇਸ਼ ਇੱਕ ਚੋਣ ਵਰਗੇ ਮੁੱਦੇ ਦੇ ਉੱਤੇ ਆਪਣੇ ਆਪਣੇ ਵਿਚਾਰ ਦਰਸ਼ਕਾਂ ਤੱਕ ਸਾਂਝੇ ਕੀਤੇ ਨੇ। ਤੇ ਸਾਡੇ ਦਰਸ਼ਕ ਜੋ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ, ਉਹ ਵੀ ਕਾਫੀ ਸਿਆਣੇ ਤੇ ਸਮਝਦਾਰ ਨੇ, ਤੇ ਉਹੀ ਖੁਦ ਅੰਦਾਜ਼ਾ ਲਗਾਉਣ ਕਿ ਇੱਕ ਦੇਸ਼ ਇੱਕ ਚੋਣ ਵਾਲਾ ਮੁੱਦਾ ਅਗਰ ਦੇਸ਼ ਤੇ ਲਾਗੂ ਹੁੰਦਾ ਹੈ ਤਾਂ ਦੇਸ਼ ਵਾਸੀਆਂ ਵਾਸਤੇ ਜਾਂ ਫਿਰ ਦੇਸ਼ ਦੇ ਵਾਸਤੇ ਹਿੱਤ 'ਚ ਜਾਂਦਾ ਹੈ ਜਾਂ ਫਿਰ ਨੁਕਸਾਨ 'ਚ ਜਾਂਦਾ ਹੈ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।